वाहिगुरु जी का खालसा वाहिगुरु जी की फतेह। चवर छत्र तख्तां दे मालक गुरु पिता श्री गुरु ग्रंथ साहिब जी, जिन्हां दी पावन चरण शरण विच शाम दे दीवाना अंदर आपां जुड़ बैठे हाँ। भागा भरिया समा सतगुरां दी किरपा नाल मिलिया है। आओ इनू सफला बनाइए। निरंतर चल रही इतिहास की लड़ीवार कथा दे विचों आप जी ने सरवण कीता सी। पहले पातशाह गुरु नानक देव जी महाराज भाई बाला ते मरदाना जी दे समेत ऐसे भयानक जंगल विच बैठे हैं जिथे कुछ समा हास विलास तो बाद राक्षसां दा राजा अपनियां फौजां लैके सतगुरां दी तरफ वधिया है। दूरों मनुखा शरीर बैठिया नूं वेख के अपने राक्षसां नूं भेजिया। जाओ इन्हां नूं फड़ के लेके आओ, ये अपने शिकार हैं। पर जिस वेले तीन राक्षस चल के पहाड़ी के करीब आए, अखां तो अन्ने हो गए, कुछ नजर नहीं आऊंगा। पिछे मुड़ के वेखते ने सब कुछ दिसदा है। जाके अपने राजे राक्षस नूं आखण लगे, हजूर पता नहीं ऐसी केड़ी करामात वरत रही है, सानू कुछ नजर भी नहीं आउंदा, अन्ने हो जाने। तीन तीन राक्षस तीन मनुखा नूं फड़न वास्ते राक्षसां दे राजे देवरूप ने 7 वारी भेजे। 7 बार ही सब दे नाल ओहो ही कुछ होया जो पहलियां नाल होया। इन्हां सारे प्रकरणां नूं आप जी ने बड़े विस्तार सहित सरवण कीता है। आओ समा सफला बनाइए। बख्शो आसीस गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। पूरब ज्यों है अंद सिधारे, सपतवार इस रीत पधारे। भाई बाला दी इन्हां प्रसंगां नूं वो समा ते वक्त याद करते सुना रहे, क्योंकि गुरु दियां यादां सतगुरां नाल बताए पल कदे भी पुराने नहीं होते। क्योंकि गुरु सदा ही अंग संग है।
ਜਿਸ ਵੇਲੇ ਰਾਖਸ਼ਾਂ ਦੇ ਰਾਜੇ ਦੇਵਲੂਤ ਨੇ ਆਪਣੀ ਪਹਿਲੀ ਟੀਮ ਭੇਜੀ ਹੈ, ਉਹ ਵੀ ਅੱਖਾਂ ਤੋਂ ਅੰਨੇ ਹੋ ਗਏ। ਸਾਹਮਣੇ ਆਉਂਦੇ ਨੇ, ਸਤਿਗੁਰਾਂ ਵੱਲ ਕੁਝ ਨਜ਼ਰ ਨਹੀਂ ਆਉਂਦਾ, ਸੱਜੇ ਖੱਬੇ ਤੇ ਪਿੱਛੇ ਮੁੜਦੇ ਨੇ, ਸਭ ਕੁਝ ਨਜ਼ਰ ਆ ਰਿਹਾ। ਇਹਨਾਂ ਰਾਖਸ਼ਾਂ ਨੇ ਜਾ ਕੇ ਆਪਣੇ ਰਾਜੇ ਕੋਲ ਉਲਾਂਭਾ ਦਿੱਤਾ। ਉਹਨੇ ਇਤਰਾਜ਼ ਕੀਤਾ, ਤੁਸੀਂ ਜਾਣ ਕੇ ਕਰਦੇ ਹੋ। ਰਾਖਸ਼ ਬਦਲ ਕੇ ਭੇਜੇ ਗਏ। ਤੀਜੀ ਵਾਰ, ਚੌਥੀ ਵਾਰ, ਪੰਜਵੀਂ ਵਾਰ, ਛੇਵੀਂ ਵਾਰ ਬਦਲ ਕੇ ਰਾਖਸ਼ ਆਉਂਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਨੂੰ ਫੜਨ ਵਾਸਤੇ, ਪਰ ਕੁਝ ਫੁੱਟ ਦੀ ਦੂਰੀ ਤੇ ਆ ਕੇ ਅੱਖਾਂ ਤੋਂ ਅੰਨੇ ਹੋ ਜਾਂਦੇ। ਕਾਲਾ ਹਨੇਰਾ ਅੱਖਾਂ ਦੇ ਸਾਹਮਣੇ ਆਦਾ। ਫੇਰ ਵਾਪਸ ਆ ਕੇ ਰਾਜੇ ਨੂੰ ਉਲਾਂਭਾ ਦਿੰਦੇ ਹਨ। ਚਰਜ ਰਖਸ ਰਾਜੇ ਮਨ, ਨਿਜ ਮੰਤਰੀ ਸੋ ਬਚਨ ਬਖਾਨਾ। ਜਦੋਂ 7 ਵਾਰ ਹੀ ਇਹੀ ਕੁਝ ਹੋਇਆ, ਰਾਜਾ ਬੜਾ ਹੈਰਾਨ ਹੋਇਆ ਰਾਖਸ਼ਾਂ ਦਾ, ਵੀ ਅੱਜ ਤੱਕ ਸਾਡੇ ਸਾਹਮਣੇ ਕਿਸੇ ਦੀ ਜੁਰਤ ਨਹੀਂ ਪੈਂਦੀ। ਬੜਿਆ ਮਨੁੱਖਾਂ ਦੇ ਸਰੀਰ ਦਾ ਸ਼ਿਕਾਰ ਖੇਡਿਆ, ਖੂਨ ਪੀਤਾ, ਮਾਸ ਖਾਧਾ। ਇਹ 3 ਭੱਦਰ ਪੁਰਸ਼ ਕੌਣ ਹਨ ਜਿਨ੍ਹਾਂ ਵੱਲ ਮੇਰੇ ਰਾਖਸ਼ ਜਾਂਦੇ ਆ, ਅੱਖਾਂ ਤੋਂ ਅੰਨੇ ਹੋ ਜਾਂਦੇ ਨੇ। ਇਸ ਗੱਲ ਨੂੰ ਜਾਣਨ ਵਾਸਤੇ ਉਹ ਆਪਣੇ ਸਿਆਣੇ ਮੰਤਰੀ ਨੂੰ ਪੁੱਛਦਾ, ਜੋ ਰਾਖਸ਼ਾਂ ਦਾ ਮੰਤਰੀ। ਕਹਿੰਦਾ, ਮੈਨੂੰ ਦੱਸ ਇਹ ਹੋਇਆ ਕੀ ਹੈ? ਆਪਣੇ ਨਾਲ ਪਹਿਲਾਂ ਅੱਜ ਤੱਕ ਕਦੇ ਨਹੀਂ ਹੋਇਆ। ਜੱਦੀ ਪੁਸ਼ਤੀ ਆਪਾਂ ਰਾਜ ਭਾਗ ਜੰਗਲਾਂ ਵਿੱਚ ਕਰਦੇ ਆ ਰਹੇ ਹਾਂ। ਇਹ ਹੋਇਆ ਤੇ ਹੋਇਆ ਕਿਉਂ? ਇਹ ਲੋਕ ਸਾਡੀ ਪਕੜ ਤੋਂ ਬਾਹਰ ਕਿਉਂ ਨੇ? ਏਕਿਆ ਚਰਜ ਜਾਏ ਨ ਜਾਣਿਓ, ਸਪਤ ਵਾਰ ਫਿਰ ਕਿਸੂ ਨਾਨਿਓ। ਰਾਜਾ ਹੈਰਾਨ ਇਹ ਆ ਵੀ ਇੱਕ ਵਾਰੀ ਘਟਨਾ ਵਾਪਰੇ, 2 ਵਾਰ ਤੇ 7 ਵਾਰ ਇੱਕੋ ਜਿਹੀ ਗੱਲ ਹੋ ਰਹੀ ਹੈ। ਮੰਤਰੀ ਨੂੰ ਪੁੱਛਦਾ ਹੈ, ਤੂੰ ਇਹਦਾ ਮੈਨੂੰ ਹੱਲ ਦੱਸ ਕੀ ਹੈ, ਕਿਸੇ ਨਤੀਜੇ ਤੇ ਪਹੁੰਚਾ। ਮੈਂ ਦੁਬਿਧਾ ਦੇ ਵਿੱਚ ਪੈ ਗਿਆ ਹਾਂ। ਇਹ 3 ਮਨੁੱਖ ਜੋ ਸਾਡੇ ਵੱਸ ਤੋਂ ਬਾਹਰ ਨੇ, ਸਾਡੇ ਇਲਾਕੇ ਵਿੱਚ ਆ ਕੇ ਬੈਠੇ ਨੇ। ਜੇ ਸਾਡਾ ਜ਼ੋਰ ਹੀ ਨਾ ਚੱਲਿਆ ਤੇ ਸਾਡਾ ਨੁਕਸਾਨ ਕਰ ਸਕਦੇ। ਮੰਤਰੀ ਕਹਿੰਦਾ, ਜੀ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ। ਮੈਂ ਵੀ ਵੇਖ ਅਚਰਜ ਹੁੰਦਾ ਹਾਂ, ਐਸਾ ਕੀ ਕੌਤਕ ਵਾਪਰਦਾ ਏ। ਮੰਤਰੀ ਉਚਰੈ ਸੁਣੋ ਸਤੀਸ਼ਾ, ਕਲਾਵਾਨ ਏਕੋ ਬੈਸਾ। ਆਖਰਕਾਰ ਰਾਜੇ ਦਾ ਉਹ ਮੰਤਰੀ ਰਾਖਸ਼ ਦਾ ਸੋਚ ਸਮਝ ਕੇ ਆਖਣ ਲੱਗਿਆ, ਰਾਜਨ ਜੇ ਇਹਨਾਂ ਮਨੁੱਖਾਂ ਤੇ ਇਹਨਾਂ ਲੋਕਾਂ ਤੇ ਸਾਡਾ ਜ਼ੋਰ ਨਹੀਂ ਨਾ ਚੱਲਦਾ, ਫਿਰ ਮੇਰਾ ਦਿਲ ਕਹਿੰਦਾ ਇਹ ਮਨੁੱਖ ਕੋਈ ਕਰਾਮਾਤੀ ਹੋਣਗੇ, ਜੰਤਰ ਮੰਤਰ ਹੋਣਗੇ ਇਹਨਾਂ ਦੇ ਕੋਲੇ। ਇਹਨਾਂ ਦੇ ਪਾਸ ਕੋਈ ਕਲਾ ਹੋ ਸਕਦੀ ਹੈ ਜੋ ਅੱਖਾਂ ਸਾਡੀਆਂ ਨੂੰ ਬੰਨ੍ਹ ਦਿੰਦੇ, ਜਾਦੂ ਕਰਦੇ ਹੋਣਗੇ। ਪਰ ਮੈਨੂੰ ਲੱਗਦਾ ਇਹ ਕੋਈ ਸੂਫੀ ਫਕੀਰ ਹਨ, ਰੱਬ ਨੂੰ ਮੰਨਣ ਵਾਲੇ ਨੇ। ਜੇਕਰ ਹੋਵੇ ਆਪਰ ਜਾਈ, ਪਰਖੋਂ ਮੈਂ ਇਨਕੇ ਢਿੱਗ ਜਾਈ। ਜੇ ਤੁਹਾਡੀ ਆਗਿਆ ਹੋਵੇ ਮੈਂ ਇਹਨਾਂ ਲੋਕਾਂ ਨੂੰ ਪਰਖਾਂ ਜਾ ਕੇ, ਕਿਉਂਕਿ ਹੋਰ ਤੇ ਚਾਰਾ ਹੀ ਕੋਈ ਨਹੀਂ। 7 ਵਾਰ ਰਾਜੇ ਨੇ ਆਪਣੇ ਬੰਦੇ ਭੇਜਦੇ, ਰਾਖਸ਼ ਸਾਰੇ ਦੇ ਸਾਰੇ ਖਾਲੀ ਜਾਂਦੇ ਆ। ਜ਼ੋਰ ਕਿਸੇ ਦਾ ਨਹੀਂ ਚੱਲਦਾ, ਨਾ ਕਰਾਮਾਤ ਚੱਲਦੀ ਹੈ। ਰਾਜਾ ਕਹਿੰਦਾ, ਹੋਰ ਹੱਲ ਵੀ ਕੋਈ ਨਹੀਂ। ਜੇ ਆਪਾਂ ਇਹਨਾਂ ਨੂੰ ਕਾਬੂ ਨਾ ਕਰ ਸਕੇ ਤੇ ਆਪਣੇ ਲਈ ਇਹ ਸ਼ਰਮ ਦੀ ਗੱਲ ਹੈ। ਤੁਸੀਂ ਪਤਾ ਕਰਕੇ ਆਓ। ਉਸ ਵੇਲੇ ਮੰਤਰੀ ਕਹਿੰਦਾ, ਜੀ ਮੈਨੂੰ ਆਗਿਆ ਦਿਓ, ਮੈਂ ਜਾ ਕੇ ਆਵਾਂ। ਕੋਸ਼ਿਸ਼ ਕਰਾਂਗਾ ਇਹਨਾਂ ਦੇ ਕਰੀਬ ਜਾਣ ਦੀ, ਕਿਉਂਕਿ ਜੇ ਬਾਕੀ ਅੰਨੇ ਹੋ ਸਕਦੇ ਤੇ ਹੋਵਾਂਗਾ ਮੈਂ ਵੀ। ਮੇਰੇ ਨਾਲ ਵੀ ਉਹੀ ਹੋਣਾ ਹੈ ਜੋ ਪਹਿਲਿਆਂ ਨਾਲ। 26-27 ਬੰਦੇ ਪਹਿਲਾਂ ਭੇਜ ਚੁੱਕਿਆ ਰਾਖਸ਼। ਜਿਹੜਾ ਵੀ ਰਾਖਸ਼ ਨੇੜੇ ਜਾਂਦਾ ਹੈ ਉਹ ਹੱਥ ਮਲ ਕੇ ਵਾਪਸ ਆਉਂਦਾ। ਜੀ ਸਾਹਮਣੇ ਦਿਸਦਾ ਕੁਝ ਨਹੀਂ, ਪਿੱਛੇ ਮੁੜੀਏ ਸਭ ਕੁਝ ਸਾਫ਼ ਦਿਸਦਾ ਹੈ। ਸੱਜੇ ਖੱਬੇ ਵੇਖੀਏ ਹਰ ਚੀਜ਼ ਨਜ਼ਰ ਆਉਂਦੀ ਹੈ, ਪਰ ਉਹਨਾਂ ਫਕੀਰਾਂ ਵੱਲ ਜਦੋਂ ਜਾਂਦੇ ਆ ਬੇਵੱਸ ਹੋ ਜਾਂਦੇ, ਕਦਮ ਉਸ ਪਾਸੇ ਉੱਠਦੇ ਨਹੀਂ। ਆਇਸ ਭਾਏ ਸੱਚ ਵਸੋ ਆਇਓ,
ਸੁਧ ਆਤਮੈ ਕਪਟ ਗਵਾਇਓ। ਜਦੋਂ ਰਾਜੇ ਤੋਂ ਆਗਿਆ ਲੈ ਕੇ ਮੰਤਰੀ ਚੱਲਿਆ, ਹੁਣ ਇਹ ਰਾਖਸ਼ ਹੈ ਮੰਤਰੀ ਹੈ, ਵਜ਼ੀਰ ਹੈ, ਪਰ ਦਿਲ ਕਰਕੇ ਨਹੀਂ ਸੋਚਿਆ ਜੇ ਸਾਧੂ ਕਰਾਮਾਤੀ ਨੇ ਤੇ ਮੈਂ ਕਪਟ ਲੈ ਕੇ ਕਿਉਂ ਜਾਵਾਂ। ਜਿਹੜਾ ਕਰਾਮਾਤੀ ਹੋਊ ਮੇਰੇ ਦਿਲ ਦੀ ਗੱਲ ਜਾਣਦਾ ਹੋਊਗਾ। ਜਿਹਨੇ ਸਾਡੇ ਰਾਖਸ਼ਾਂ ਦੀ ਇਹ ਬਿਰਤੀ ਜਾਣ ਲਈ ਵੀ ਸਾਡੇ ਵੱਲ ਤੁਰੇ ਆਉਂਦੇ ਆ ਤੇ ਉਹ ਆਪਣੀ ਕਰਾਮਾਤ ਨਾਲ ਅੰਨ੍ਹਿਆਂ ਕਰ ਦਿੰਦੇ, ਮਤਲਬ ਉਹ ਦਿਲਾਂ ਦੀ ਜਾਣਦੇ ਆ ਨਾ। ਮਨ ਹੀ ਮਨ ਸੋਚਿਆ ਵੀ ਮੈਂ ਅੰਦਰ ਕਪਟ ਲੈ ਕੇ ਨਹੀਂ ਜਾਣਾ, ਮੈਂ ਇਹਨਾਂ ਅੱਗੇ ਅਰਦਾਸ ਕਰਕੇ ਜਾਊਂ ਵੀ ਜੇ ਤੁਸੀਂ ਉਸ ਰੱਬ ਨੂੰ ਮੰਨਣ ਵਾਲੇ ਰੱਬ ਦੇ ਪੀਰ ਫਕੀਰ ਹੋ ਤੇ ਮੈਨੂੰ ਨੇੜੇ ਆਉਣ ਦੀ ਆਗਿਆ ਦਿਓ ਜੀ। ਮੈਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਦਾ ਤੇ ਤੁਸੀਂ ਮੇਰਾ ਨਾ ਕਰਿਓ। ਸੁਭਾਵਿਕ ਗੱਲ ਹੈ। ਜਦੋਂ ਕਹਿੰਦੇ ਮੰਤਰੀ ਨੇ ਦਿਲ ਵਿੱਚ ਇਹ ਧਾਰਨ ਕੀਤਾ, ਦਿਲਾਂ ਦੀਆਂ ਤਾਰਾਂ ਤੇ ਪ੍ਰਮਾਤਮਾ ਜਾਣਦਾ ਹੀ ਹੈ। ਬੰਦੇ ਦੀ ਬਿਰਤੀ ਸ਼ੁੱਧ ਹੋਣੀ ਚਾਹੀਦੀ। ਜੇ ਮਨ ਮੈਲਾ ਤੇ ਤੀਰਥਾਂ ਤੇ ਨਹਾਉਣ ਦਾ ਵੀ ਫਾਇਦਾ ਕੋਈ ਨਹੀਂ। ਜੇ ਮਨ ਵਿੱਚ ਛਲ ਕਪਟ ਤੇ ਵਿਕਾਰ ਹਨ ਨਾ, ਗੰਗਾ ਦੇ ਕਿਨਾਰੇ ਘਰ ਕਰਕੇ ਵੀ ਕੋਈ ਬਹਿ ਜੇ ਕਿਸੇ ਘਾਟ ਤੇ, ਮੁਕਤੀ ਨਹੀਂ ਹੁੰਦੀ। ਮੰਤਰੀ ਨੇ ਸੋਚਿਆ ਵੀ ਜਦੋਂ ਸਾਰੇ ਮਨ ਮੈਲਾ ਲੈ ਕੇ ਗਏ, ਮਨ ਵਿੱਚ ਮੈਲ ਕੀ ਸੀ, ਇਹਨਾਂ ਮਨੁੱਖਾਂ ਨੂੰ ਫੜਾਂਗੇ, ਸ਼ਿਕਾਰ ਬਣਾਵਾਂਗੇ, ਖਾਵਾਂਗੇ। ਮੈਲੀ ਮੱਤ ਆ, ਦੂਜੇ ਦੀ ਬੁਰਾਈ ਦੀ। ਇਹ ਮੰਤਰੀ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਰੋਕਤਾ। ਨਾਲ ਜਿਹੜੇ 3 ਰਾਖਸ਼ ਗਏ, ਕਹਿੰਦਾ ਰੁਕ ਜਾਓ, ਮੈਂ ਇਕੱਲਾ ਹੀ ਜਾਵਾਂ। ਉਹ ਰਾਖਸ਼ ਕਹਿੰਦੇ ਜੀ ਜਨਾਬ ਜੇ ਤੁਸੀਂ ਜਾਓਗੇ ਤੁਹਾਡੇ ਤੇ ਕੋਈ ਉਹਨਾਂ ਆਕਰਮਣ ਕਰਦਾ, ਜੋ ਅੱਖਾਂ ਸਾਡੀਆਂ ਬੰਨ੍ਹ ਸਕਦੇ ਨੇ, ਸਾਨੂੰ ਅੰਨ੍ਹਿਆਂ ਕਰ ਸਕਦੇ ਨੇ, ਉਹਨਾਂ ਦੇ ਕੋਲ ਕੋਈ ਐਸੀ ਕਲਾ ਵੀ ਹੋ ਸਕਦੀ ਤੁਹਾਨੂੰ ਜਿਉਂਦਿਆਂ ਤਹਿਸ ਨਹਿਸ ਕਰ ਦੇਣ, ਸਾੜ ਦੇਣ। ਮੰਤਰੀ ਕਹਿੰਦਾ ਕੋਈ ਗੱਲ ਨਹੀਂ, ਮੈਂ ਰੱਬ ਨੂੰ ਮੰਨਦਾ ਤੇ ਨਹੀਂ, ਪਰ ਮੈਂ ਰੱਬ ਨੂੰ ਮੰਨਣ ਵਾਲੇ ਵੇਖੇ ਨੇ, ਉਹ ਇਮਾਨਦਾਰ ਹੁੰਦੇ ਨੇ। ਆਖੋ ਸਤਿਨਾਮ। ਰਾਖਸ਼ ਕਿਹਾ ਉਹਨੂੰ ਜਾਂਦਾ ਜੀ ਜੋ ਪਰਮਾਤਮਾ ਨੂੰ ਨਹੀਂ ਮੰਨਦਾ। ਨਾਸਤਿਕ ਬੰਦਾ ਰਾਖਸ਼ ਹੁੰਦਾ। ਚਾਈਨਾ, ਜਾਪਾਨ ਜੇ ਵੇਖੀਏ ਨਾਸਤਿਕ ਲੋਕ ਨੇ ਤੇ ਰਾਖਸ਼ ਬਿਰਤੀ ਵਾਲੇ ਛੱਡਦੇ ਆ ਕੁਝ। ਜਿਉਂਦੇ ਸੱਪ ਨਹੀਂ ਛੱਡਦੇ, ਔਕਟੋਪਸ ਨਹੀਂ ਛੱਡਦੇ, ਛਿਪਕਲੀਆਂ ਕਿਰਲੀਆਂ ਨਹੀਂ ਛੱਡਦੇ। ਦੁਨੀਆ ਦੀ ਮਾੜੀ ਤੋਂ ਮਾੜੀ ਚੀਜ਼ ਜਿਹੜੀ ਮਰਜ਼ੀ ਦੇ ਦਿਓ ਕੱਚੀ ਖਾ ਜਾਂਦੇ ਤੇ ਰਾਖਸ਼ ਨਹੀਂ ਹੁੰਦੀ। ਜਿਨ੍ਹਾਂ ਚੀਜ਼ਾਂ ਦਾ ਸਾਨੂੰ ਸਾਈਡ ਇਫੈਕਟ ਹੈ, ਜਿਨ੍ਹਾਂ ਨੂੰ ਅਸੀਂ ਵੇਖ ਨਹੀਂ ਸਕਦੇ, ਉਹ ਸਾਡੇ ਸਾਹਮਣੇ ਖਾ ਜਾਂਦੇ। ਇਹ ਰਾਖਸ਼ ਬਿਰਤੀ ਹੈ। ਪਰ ਨਾ ਚਾਈਨਾ ਰੱਬ ਨੂੰ ਮੰਨੇ ਤੇ ਨਾ ਮੰਨੇ ਜਾਪਾਨ, ਪਰ ਇਹ ਤਰੱਕੀ ਤੇ ਤੁਰੇ ਫਿਰਦੇ ਆ। ਕਿਉਂਕਿ ਇਹਨਾਂ ਲੋਕਾਂ ਵਿੱਚ ਨਾਸਤਿਕ ਹੁੰਦਿਆਂ ਹੋਇਆਂ ਵਫਾਦਾਰੀ ਬਹੁਤ ਵੱਡੀ ਹੈ। ਪਰ ਜਦੋਂ ਧਰਮ ਦੀ ਦੁਨੀਆ ਵਿੱਚ ਵੇਖਦੇ ਆ, ਬਹੁਤਾਤ ਵਿੱਚ ਧਰਮ ਦੀ ਦੁਨੀਆ ਦੇ ਵਿੱਚ ਤੁਹਾਨੂੰ ਇਮਾਨਦਾਰ ਲੋਕ ਘੱਟ ਲੱਭਣਗੇ। ਸੱਚ ਬੋਲਣ ਵਾਲੇ, ਸੱਚ ਦੇ ਰਾਹ ਤੇ ਚੱਲਣ ਵਾਲੇ, ਬੰਦਗੀ ਕਰਨ ਵਾਲੇ, ਰੱਬ ਨੂੰ ਮੰਨਣ ਵਾਲੇ ਬਹੁਤ ਘੱਟ ਮਿਲਣਗੇ। ਜ਼ਿਆਦਾਤਰ ਧਰਮ ਦੇ ਨਾਂ ਤੇ ਦਿਖਾਵਾ ਹੁੰਦਾ, ਪਖੰਡ। ਪਰ ਨਾਸਤਿਕ ਲੋਕ ਅੱਖਾਂ ਦੇ ਸਾਹਮਣੇ ਨੇ ਮਾੜਾ ਕੰਮ ਕਰਦੇ ਆ, ਸ਼ਰੇਆਮ ਕਰਦੇ ਆ, ਦੱਸ ਕੇ ਕਰਦੇ ਆ। ਧਰਮੀ ਕਰਦੇ ਆ, ਦੱਸਦੇ ਨਹੀਂ, ਕਰਕੇ ਪਰਦਾ ਪਾਉਂਦੇ। ਇਸ ਲਈ ਕਿਤੇ ਨਾ ਕਿਤੇ ਖਾਮੀ ਆ। ਉਹ ਰਾਖਸ਼ ਰਾਜੇ ਦਾ ਭੇਜਿਆ ਹੋਇਆ ਐਲਕਾਰ, ਉਹਦਾ ਵਜ਼ੀਰ, ਉਹਦੇ ਜ਼ਿੰਦਗੀ ਵਿੱਚ ਕਦੇ ਅਰਦਾਸ ਨਹੀਂ ਸੀ ਕੀਤੀ। ਉਹ ਮੰਨਦਾ ਹੀ ਨਹੀਂ ਕਿਸੇ ਨੂੰ ਜਦੋਂ ਰਾਖਸ਼ ਫਿਰਦੀ। ਪਰ ਉਹ ਜੇ ਰੱਬ ਨੂੰ ਨਹੀਂ ਸੀ ਮੰਨਦਾ, ਪਰ ਉਹ ਰੱਬ ਦੇ ਪਿਆਰਿਆਂ ਬਾਰੇ ਜਾਣਦਾ ਸੀ। ਉਹਨੇ ਅਰਦਾਸ ਕਰ ਕਹਿੰਦਾ ਹੈ ਪੀਰੋ ਫਕੀਰੋ, ਮੈਂ ਪਹਿਲੇ ਰਾਖਸ਼ਾਂ ਦੇ ਵਾਂਗ ਤੁਹਾਡਾ ਬੁਰਾ ਚਿਤਵ ਕੇ ਸੋਚ ਕੇ ਨਹੀਂ ਤੁਹਾਡੇ ਕੋਲ ਆ ਰਿਹਾ। ਮੈਂ ਦਿਲ ਦੀ ਸੁਗਾਤ ਪ੍ਰੇਮ ਲੈ ਕੇ ਤੁਹਾਨੂੰ ਮਿਲਣ ਵਾਸਤੇ ਆ। ਤੁਸੀਂ ਵੀ ਕਿਰਪਾ ਕਰੋ। ਜੇ ਮੈਂ 4 ਕਦਮ ਅੱਗੇ ਆਇਆ ਤੇ ਤੁਸੀਂ 8 ਕਦਮ ਅੱਗੇ ਆਇਓ। ਕਹਿੰਦੇ ਇਹ ਖੜ ਕੇ ਉਹਨੇ ਅਰਦਾਸ ਕਰਤੀ। ਉਹ ਮੰਨੇ ਨਾ ਮੰਨੇ ਰੱਬ ਨੂੰ, ਪਰ ਉਹਨਾਂ ਦੇ ਭੇਦਾਂ ਨੂੰ ਜਾਣਦਾ ਸੀ। ਕਿੱਡਾ ਵਿਸ਼ਵਾਸ ਹੈ ਉਸ ਨਾਸਤਿਕ ਰਾਖਸ਼ ਦਾ ਵੀ ਇਹ ਧਰਮੀ ਲੋਕ ਨੇ, ਕਦੇ ਕਿਸੇ ਦਾ ਮਾੜਾ ਨਹੀਂ ਕਰਦੇ। ਜੇ ਮੈਂ ਨਿਹੱਥਾ ਹੋ ਕੇ ਇਹਨਾਂ ਕੋਲੇ ਜਾਊਂਗਾ ਤੇ ਮੇਰੇ ਤੇ ਵਾਰ ਨਹੀਂ ਕਰਨਗੇ। ਵੇਖੋ ਇੱਕ ਬੁਰੇ ਬੰਦੇ ਨੇ ਕਿੱਡਾ ਵੱਡਾ ਵਿਸ਼ਵਾਸ ਕੀਤਾ। ਅਸੀਂ ਕਰ ਸਕਦੇ? ਮਾਫ ਕਰਿਓ, ਅਸੀਂ ਰੱਬ ਨੂੰ ਮੰਨਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਸਾਨੂੰ 1% ਵੀ ਰੱਬ ਤੇ ਭਰੋਸਾ ਨਹੀਂ। ਲੱਖ ਟਾਰਾਂ ਮਾਰੀ ਜਾਈਏ ਵੀ ਮੈਂ ਤੇ ਨਹੀਂ ਗੁਰੂ ਘਰ ਬਿਨਾਂ ਕਿਤੇ ਨਹੀਂ ਜਾਂਦਾ। ਪਰਿਵਾਰ 'ਚ ਮਾੜਾ ਜਿਹਾ ਦੁੱਖ ਆ ਜੇ ਨਾ, ਸਾਡੇ ਸਾਰਿਆਂ ਦੀਆਂ ਵੱਡੀਆਂ ਵੱਡੀਆਂ ਚੀਕਾਂ ਨਿਕਲਦੀਆਂ ਨੇ, ਡੋਲ ਜਾਈਦਾ, ਘਬਰਾ ਜਾਂਦੇ ਆ।
ਪਰ ਵੇਖੋ ਕਿੱਡਾ ਵੱਡਾ ਜਿਗਰਾ ਕਰਕੇ ਉਹ ਮੰਤਰੀ ਤੁਰਿਆ, ਭਾਵੇਂ ਅੱਗੇ ਫਕੀਰ ਉਹਨੂੰ ਫਨਾਹ ਕਰ ਦੇਣ, ਸਾੜ ਦੇਣ ਜਿਉਂਦੇ ਨੂੰ। ਜਦੋਂ ਕਹਿੰਦੇ ਉਹਨੇ ਅਰਦਾਸ ਕੀਤੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਾਲਿਆ ਇਹਨੂੰ ਆ ਲੈਣ ਦਿਓ, ਇਹਨੂੰ ਰੋਕਿਓ ਨਾ, ਇਹਦੇ ਵੱਲ ਅੱਖ ਭਰ ਕੇ ਤੱਕਿਓ ਨਾ। ਸੇਵਾ ਕਰੂੰ ਸੰਤ ਜੀ ਤੁਮਰੀ, ਦੇਖਣ ਸ਼ਰਧਾ ਪੂਰੋ ਹਮਰੀ। ਸੰਤ ਜੀ ਮੈਂ ਤੁਹਾਡੀ ਸੇਵਾ ਕਰਾਂਗਾ ਜੇ ਮੇਰੀ ਸ਼ਰਧਾ ਪੂਰੀ ਕਰੋਗੇ। ਸੁਣਿਆ ਰੱਬ ਦੇ ਪਿਆਰੇ ਭਾਵਨਾਵਾਂ ਕਾਵਨਾਵਾਂ ਪੂਰੀਆਂ ਕਰ ਦਿੰਦੇ ਆ, ਤੇ ਜੇ ਤੁਸੀਂ ਮੇਰੇ ਬਣ ਗਏ ਤੇ ਮੈਂ ਰੱਬ ਨੂੰ ਆਪਣਾ ਬਣਾ ਲਊ, ਮੈਂ ਮੰਨਣ ਲੱਗ ਪਈ। ਜੇ ਤੁਸੀਂ ਮੇਰੇ ਨਾਲ ਧੋਖਾ ਕਰ ਗਏ ਤੇ ਮੈਂ ਰੱਬ ਤੋਂ ਕੀ ਲੈਣਾ? ਸੁਭਾਵਿਕ ਗੱਲ ਹੈ ਜੀ। ਰੱਬ ਦਾ ਪਿਆਰਾ ਬੇਈਮਾਨ ਨਿਕਲੂ ਤੇ ਰੱਬ ਤੇ ਭਰੋਸਾ ਕੌਣ ਕਰੂ? ਅੱਜ ਜਿੰਨੇ ਏਜੰਟ ਰੱਬ ਦੇ ਬੈਠੇ ਆ, ਥਾਂ ਥਾਂ ਤੇ ਠੱਗੀਆਂ ਮਾਰਦੇ ਆ। ਹਰੇਕ ਹੀ ਕਹਿੰਦਾ ਤੈਨੂੰ ਰੱਬ ਮੈਂ ਵਿਖਾ ਦਿਆਂਗਾ, ਤੈਨੂੰ ਬ੍ਰਹਮ ਗਿਆਨੀ ਮੈਂ ਬਣਾ ਦਿਆਂਗਾ। ਕਿਸੇ ਏਜੰਟ ਨੂੰ ਜਾ ਕੇ ਵੇਖੋ, ਕਿਸੇ ਦੇ ਪੱਲੇ ਕੱਖ ਨਹੀਂ। ਤੇ ਜਿਨ੍ਹਾਂ ਦੇ ਕੋਲੇ ਬੰਦਗੀ ਹੈ, ਜਿਨ੍ਹਾਂ ਸਾਧੂਆਂ ਦੇ ਪੱਲੇ ਸਾਰਾ ਕੁਝ ਹੈ, ਕੋਈ ਉਹਨਾਂ ਨੂੰ ਜਾਣਦਾ ਹੀ ਕੋਈ। ਲੋਕ ਉਹਨਾਂ ਨੂੰ ਸਾਧੂ ਵੀ ਨਹੀਂ ਮੰਨਦੇ। ਦਿਖਾਵਾ ਵਿਕ ਰਿਹਾ ਕਲਯੁਗ ਦੇ ਵਿੱਚ, ਸੱਚ ਤੇ ਛੁਪਿਆ ਹੋਇਆ। ਗੁਰੂ ਬਾਬਾ ਜੀ ਨੇ ਇਸ਼ਾਰਾ ਕਰ ਦਿੱਤਾ, ਭਾਈ ਇਹਨੂੰ ਆ ਲੈਣ ਦਿਓ। ਇਕੱਲਾ ਹੀ ਤੁਰਿਆ ਆਉਂਦਾ ਹੈ, ਕਿਉਂਕਿ ਉਹ ਮਨ 'ਚ ਕੋਈ ਮਨੋਰਥ ਲੈ ਕੇ ਆਇਆ ਹੈ, ਮਨ 'ਚ ਕੋਈ ਭਾਵਨਾ ਲੈ ਕੇ ਆਇਆ ਹੈ। ਰੱਬ ਤੇ ਰੱਬ ਦੇ ਪਿਆਰੇ ਕਦੇ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦਿੰਦੇ। ਜਿੱਥੇ ਤੱਕ ਪਹਿਲੇ ਰਾਖਸ਼ ਆਈ ਉੱਥੇ ਤੱਕ ਪਹੁੰਚ ਗਏ, ਅੰਨਾ ਨਹੀਂ। ਬਾਕੀ ਸਾਰੇ ਰਾਖਸ਼ ਜੋ ਪਹਿਲਾਂ ਅੰਨੇ ਹੋਏ ਨੇ, ਉਹ ਸੋਚਦੇ ਸੀ ਵੀ ਇੱਕ ਕਦਮ ਇਹਨੇ ਹੋਰ ਪੱਟਣਾ ਹੈ, ਇਹ ਵੀ ਇੱਥੇ ਰੁਕ ਜਾਏਗਾ। ਇਸ ਬਿਦ ਕਹਿਤ ਬੰਦ ਦੇਵੇ ਹੱਥ, ਚੱਲ ਕਰ ਆਵਾ ਢਿਗ ਜਗਨਨਾਥ। ਪਹਿਲੇ ਤੇ ਗੰਡਾਸੇ ਟਾਕੂਏ ਚੱਕੀ ਆਉਂਦੇ ਸੀ, ਵੱਟਾਂਗੇ ਮਾਰਾਂਗੇ ਖਾਵਾਂਗੇ ਛੱਡਾਂਗੇ। ਨਹੀਂ, ਰਾਖਸ਼ ਨੇ ਹੰਕਾਰੇ ਹੋਏ ਆ। ਇਹਦੇ ਹੱਥ ਕੋਈ ਹਥਿਆਰ ਨਹੀਂ, ਦੋਨੇ ਹੱਥ ਜੋੜੇ ਹੋਏ ਆ, ਕਦਮ ਕਦਮ ਪਹਾੜੀ ਚੜ੍ਹਦਾ। ਤੇ ਜਿਹਨੇ ਹੱਥ ਜੋੜੇ ਆ, ਅੰਦਰ ਨਿਮਰਤਾ ਲੈ ਕੇ ਆਇਆ ਕਿ ਰੱਬ ਤੇ ਰੱਬ ਦੇ ਪਿਆਰੇ ਨਾਲ ਨਹੀਂ ਖੜਨਗੇ। ਕਹਿੰਦੇ ਜੀ ਇਹਨੂੰ ਉਹ ਪਹਾੜ ਸੌਖਾ ਲੱਗੇ ਜਾਣਾ। ਜਿਸ ਪਹਾੜ ਤੇ ਹਰ ਰਾਖਸ਼ ਅੰਨਾ ਹੋ ਜਾਂਦਾ ਹੈ, ਜੋ ਫਕੀਰ ਸਾਧੂ ਦਰਵੇਸ਼ ਨਜ਼ਰ ਨਹੀਂ ਆਉਂਦੇ, ਕਹਿੰਦੇ ਬਿਲਕੁਲ ਸਾਫ਼ ਦਿਸਦੇ ਨੇ ਪਰ ਬੜੇ ਸੋਹਣੇ ਦਿਸਦੇ ਆ, ਜੋ ਚਿਹਰਿਆਂ ਤੇ ਮੁਸਕਰਾ ਰਹੇ ਨੇ। ਦੋਹਰਾ ਪੂਰਨ ਪਰਮੇਸ਼ਰ ਜਹੀ, ਪ੍ਰੇਮ ਮੰਤਰੀ ਧਾਰ, ਬੰਧਨ ਕਰਕੇ ਬੈਠਗਾ, ਨੀਕੇ ਬਚਨ ਉਚਾਰ। ਸ਼ਰਧਾ ਭਾਵਨਾ ਲੈ ਕੇ ਕਹਿੰਦੇ ਮੰਤਰੀ ਰਾਖਸ਼ਾਂ ਦਾ ਸਤਿਗੁਰਾਂ ਦੇ ਬਿਲਕੁਲ ਕਰੀਬ ਆ ਗਿਆ, ਨੇੜੇ ਆਇਆ, ਦੋਨੇ ਜੋੜੇ ਹੱਥ, ਝੁਕਾਇਆ ਸੀਸ, ਲੰਮਿਆਂ ਪੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕਰਦੀ। ਰਾਖਸ਼ਾਂ ਦੇ ਬੰਦੇ ਉਹ ਜਿਹੜੇ 26 27 ਪਹਿਲਾਂ ਆਏ ਸੀ, ਤਿੰਨ ਤਿੰਨ ਕਰਕੇ, ਉਹ ਵੇਖਣ ਬੜੇ ਹੈਰਾਨ, ਇਹ ਅੰਨਾ ਕਿਉਂ ਨਹੀਂ ਹੋਇਆ? ਹੈ ਤੇ ਇਹ ਵੀ ਸਾਡੇ ਵਰਗਾ ਰਾਖਸ਼ ਹੀ ਹੈ, ਬੰਦਾ ਤੇ ਸਾਡੇ ਵਰਗਾ, ਸਾਡੇ 'ਚ ਹੀ ਰਹਿਣ ਵਾਲਾ, ਸਾਨੂੰ ਚਲਾਉਣ ਵਾਲਾ, ਇਹ ਅੰਨਾ ਕਿਉਂ ਨਹੀਂ ਹੋਇਆ? ਭਾਈ ਇਹ ਮਨ ਦੀਆਂ ਮੁਰਾਦਾਂ ਨੇ। ਬੰਦੇ ਬੰਦੇ 'ਚ ਕੋਈ ਫਰਕ ਨਹੀਂ ਹੁੰਦਾ। ਉਹੀ ਬੰਦਾ ਗੁਰੂ ਘਰ ਝਾੜੂ ਲਾਉਂਦਾ, ਬੜਾ ਕੁਝ ਖੱਟ ਲੈਂਦਾ, ਤੇ ਇੱਕ ਝਾੜੂ ਲਾ ਕੇ ਵੀ 20 ਨੂੰ ਆਉਣ ਤੋਂ ਹਟਾ ਲੈਂਦਾ, ਲੜ ਪੈਂਦਾ, ਹੰਕਾਰਿਆ ਫਿਰਦਾ। ਵਿਅਕਤੀ ਦਾ ਜਦੋਂ ਕਹਿੰਦੇ ਸਤਿਗੁਰਾਂ ਦੇ ਨੇੜੇ ਆਇਆ, ਇਹਨੇ ਟੇਕਿਆ ਮਹਾਰਾਜ ਨੂੰ ਮੱਥਾ, ਚੌਂਕੜਾ ਮਾਰ ਕੇ ਤਾਂ ਬਹਿ ਗਿਆ ਬੰਦਿਆਂ ਵਾਂਗੂ, ਭਗਤਾਂ ਵਾਂਗੂ। ਗੁਰੂ ਬਾਬਾ ਜੀ ਦੀ ਨਜ਼ਰ ਭਰ ਕੇ ਦੇਖੀ, ਕਹਿੰਦੇ ਚਿਹਰੇ ਤੇ ਬੜੀ ਖੁਸ਼ੀ ਹੈ, ਬੇਸ਼ੱਕ ਰੰਗ ਕਾਲਾ ਹੈ, ਦੰਦ ਵੱਡੇ ਆ, ਕਰੂਪ ਹੈ, ਫਿਰ ਕੀ ਹੋਇਆ? ਚਿਹਰਿਆਂ 'ਚ ਕੀ ਰੱਖਿਆ? ਅਕਸਰ ਸੋਹਣੀਆਂ ਸ਼ਕਲਾਂ ਤੇ ਅੰਦਰੋਂ ਕਾਲੀਆਂ ਹੀ ਨੇ। ਸੋਹਣੇ ਚਿਹਰਿਆਂ ਦੇ ਪਿੱਛੇ ਤੇ ਸਦਾ ਕਾਲਖ ਹੈ। ਹੁਣ ਇਹ ਕਾਲੇ ਚਿਹਰੇ ਵਾਲਾ ਬਾਕੀਆਂ ਵਰਗਾ ਨਹੀਂ ਹੈ। ਮਨ ਤੇ ਪਵਿੱਤਰ ਹੈ, ਮਨ ਤੇ ਸ਼ੁੱਧ ਹੈ, ਮਨ ਤੇ ਸੱਚਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕੇ ਬੈਠ ਗਿਆ, ਬੜੀ ਦੇਰ ਬੈਠਾ ਰਿਹਾ। ਉਧਰ ਮੰਤਰੀ ਗਣ ਰਾਜਾ ਰਾਖਸ਼ਾਂ ਦਾ ਬੜੇ ਹੈਰਾਨ ਵੀ 7 ਵਾਰ ਭੇਜੇ ਸਾਡੇ ਰਾਖਸ਼ ਖਾਲੀ ਆ ਗਏ, ਇਹਨੂੰ ਕਿਉਂ ਨਹੀਂ ਹੋਇਆ? ਇਹ ਬੜਾ ਦਾਵਾ ਕਰਕੇ ਗਿਆ ਸੀ ਕਿ ਮੈਨੂੰ ਮੌਕਾ ਦਿਓ, ਮੈਂ ਜਾ ਕੇ ਮਿਲ ਕੇ ਆਵਾਂਗਾ। ਸੋ ਭਈ ਕੋ ਨਾ ਮਿੰਗ ਕੇ ਤੇ ਚੱਲਿਆ ਏ, ਜਿਉ ਤਨ ਧਰ ਕਰ ਤਾਰ ਸੁਹਾਏ। ਗੁਰੂ ਬਾਬਾ ਜੀ ਨੂੰ ਜਦੋਂ ਨੇ ਫੇਰ ਨਮਸਕਾਰ ਕੀਤੀ, ਸਤਿਗੁਰਾਂ ਨੇ ਕਿਹਾ ਸਤ ਕਰਤਾਰ, ਸੀਸ ਨਵਾਇਆ ਉਹਨੇ।
ਵੀ ਸਾਧੂਆਂ ਨੇ ਕੋਈ ਬਚਨ ਬੋਲਿਆ। ਫਿਰ ਉਹ ਆਪਣੀ ਬੋਲੀ 'ਚ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਇਹ ਕੌਣ ਹੋ ਜੀ ਤੁਸੀਂ? ਸੰਤ ਜੀ। ਉਹਨੇ ਸੰਤ ਜੀ ਸ਼ਬਦ ਵਰਤੇ, ਕਿਉਂਕਿ ਰਾਖਸ਼ਾਂ ਨੂੰ ਇੰਨਾ ਪਤਾ ਵੀ ਧਾਰਮਿਕ ਲੋਕ, ਪਤਾ ਤੇ ਸਾਰਾ ਕੁਝ ਹੁੰਦਾ ਨਾ। ਅੱਜ ਤੁਹਾਨੂੰ ਨਾਸਤਿਕ ਮਿਲਣ ਲੱਗੇ, ਮਾੜੀ ਬਿਰਤੀ ਵਾਲੇ ਲੋਕ ਕੀ, ਉਹਨਾਂ ਨੂੰ ਪਤਾ ਨਹੀਂ ਗੁਰਦੁਆਰਾ ਕੀ ਹੈ, ਮੰਦਿਰ ਕੀ ਹੈ, ਚਰਚ ਕੀ ਹੈ, ਮਸਜਿਦ ਕੀ ਹੈ, ਸਭ ਕੁਝ ਪਤਾ ਹੁੰਦਾ ਹੈ। ਤੁਹਾਡੇ ਤੋਂ ਵੱਧ ਨੌਲੇਜ ਰੱਖਦੇ ਆ ਲੋਕ, ਉਹ ਅਲੱਗ ਗੱਲ ਆ ਵੀ ਅੰਦਰ ਖਾਲੀ ਭਾਂਡਾ। ਗੁਰੂ ਸਾਹਿਬ ਨੂੰ ਆਖਣ ਲੱਗਿਆ, ਸੰਤ ਜੀ ਆਪ ਜੀ ਕੌਣ ਹੋ? ਇਹਨਾਂ ਜੰਗਲਾਂ ਵਿੱਚ ਕਿਵੇਂ ਆਏ ਹੋ? ਆਗੇ ਗਮਨੇ ਹੋ ਕੋਨੇ ਦੇਸ਼ਾ, ਸੁਣ ਕਰ ਬੋਲੇ ਸ੍ਰੀ ਜਗਤੇਸ਼ਾ। ਆਪ ਜੀ ਨੇ ਅੱਗੇ ਕਿਹੜੇ ਦੇਸ਼ ਜਾਣਾ ਹੈ? ਕਿੱਥੋਂ ਆਏ ਹੋ? ਨਾਮ ਕੀ ਹੈ? ਜਦੋਂ ਕਹਿੰਦੇ ਰਾਖਸ਼ਾਂ ਦੇ ਮੰਤਰੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੇਨਤੀ ਕੀਤੀ ਨਾ, ਤੇ ਗੁਰੂ ਬਾਬਾ ਜੀ ਨੇ ਬੜੇ ਮਿੱਠੇ ਬਚਨ ਆਖੇ। ਉਹਦਾ ਰੂਪ ਵੇਖ ਕੇ, ਉਹਦਾ ਸੁਭਾਅ ਵੇਖ ਕੇ ਸਤਿਗੁਰ ਨਹੀਂ ਬੋਲੇ। ਮੈਂ ਕਹਿੰਦਾ ਅੱਜ ਸਾਡੇ ਸਿੱਖਾਂ ਦਾ ਹਾਲ, ਕੋਈ ਸਾਡੇ ਸਾਹਮਣੇ ਵਾਲ ਕੱਟਿਆ ਆ ਜੇ, ਸ਼ਰਾਬੀ ਆ ਜੇ, ਕੋਈ ਮਾੜੇ ਕੰਮ ਕਰਨ ਵਾਲਾ ਆ ਜੇ, ਮੈਂ ਕਹਿੰਦਾ ਸਾਨੂੰ ਤੇ ਧਰਮੀ ਹੋਣ ਦਾ ਹੰਕਾਰ ਇੰਨਾ ਹੈ। ਉਹ ਧਰਮੀ ਤੇ ਬਣਨ ਦੀ, ਲੱਭਣ ਦੀ, ਸਮਝਣ ਦੀ ਗੱਲ ਦੂਰ, ਅਸੀਂ ਤੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ। ਆਖੋ ਸਤਿਨਾਮ। ਵੀ ਇਹ ਕੋਈ ਬੰਦਾ, ਇਹ ਜੱਗ ਤੇ ਆਇਆ ਕੋਈ, ਇਹਦਾ ਜੰਮਣਾ ਨਾ ਜੰਮਣਾ ਇੱਕ ਬਰਾਬਰ ਹੈ। ਮਤਲਬ ਕਿਤੇ ਨਾ ਸਾਡਾ ਧਰਮ ਅੰਦਰ ਦਾ ਕਮਾਇਆ ਹੰਕਾਰ ਚੱਕੀ ਫਿਰਦਾ ਹੈ। ਸਤਿਗੁਰ ਤੇ ਕਹਿੰਦੇ ਸਭ ਨੂੰ ਇੱਕ ਨਜ਼ਰ ਨਾਲ ਵੇਖ, ਇੱਥੇ ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ। ਪਰ ਸਾਨੂੰ ਲੱਗਦਾ ਹੈ ਅਸੀਂ ਪਾਠ ਕਰਦੇ ਹਾਂ, ਅਸੀਂ ਸਵੇਰੇ ਉੱਠਦੇ ਹਾਂ, ਅਸੀਂ ਗੁਰੂ ਸਾਹਿਬ ਦੇ ਬਹੁਤ ਕਰੀਬ ਆ, ਮਹਾਰਾਜ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ। ਆ ਵੀ ਇੱਕ ਹੰਕਾਰ ਹੈ, ਸੂਖਮ ਹੰਕਾਰ ਹੈ ਇਹ, ਜਿਸ ਹੰਕਾਰ ਕਰਕੇ ਸਾਨੂੰ ਸਾਹਮਣੇ ਵਾਲਾ ਬੁਰਾ ਲੱਗਦਾ ਹੈ, ਉਹਦੇ ਔਗਣੀ ਕਿਸੇ ਜਾਂਦੇ ਚੰਗਾ ਲੱਗਦਾ ਹੀ ਕੋਈ। ਗੁਰੂ ਬਾਬਾ ਜੀ ਬੜੇ ਪਿਆਰ ਵਿੱਚ ਕਹਿੰਦੇ, ਮੰਤਰੀ ਸਾਹਿਬ ਜੀ ਸਾਡਾ ਨਾਮ ਜਾਣ ਕੇ ਤੁਸੀਂ ਕੀ ਲੈਣਾ? ਕਹਿੰਦੇ ਨਹੀਂ ਜੀ, ਇੱਛਾ ਹੈ ਮੇਰੀ ਜਾਣਨ ਦੀ। ਮੈਨੂੰ ਮੇਰੇ ਰਾਜਨ ਨੇ ਭੇਜਿਆ, ਪਰ ਇਹਦੇ ਰਾਜੇ ਨੂੰ ਗੁਰੂ ਸਾਹਿਬ ਨਜ਼ਰ ਨਹੀਂ ਆਉਂਦੇ, ਦੂਰੋਂ ਦਿਸਦੇ ਆ ਬੈਠੇ, ਪਰ ਦਰਸ਼ਨ ਨਸੀਬ ਨਹੀਂ ਹੁੰਦੇ। ਨਾਮ ਆਹੈ ਨਾਨਕ ਨਿਰੰਕਾਰੀ, ਲਖੋ ਅਤੀਤੰਗ ਇੱਛਾ ਚਾਰੀ। ਗੁਰੂ ਬਾਬਾ ਜੀ ਨੇ ਰਸਨਾ ਤੋਂ ਆਖਿਆ, ਕਹਿੰਦੇ ਸਾਡਾ ਨਾਮ ਹੈ ਨਾਨਕ ਨਿਰੰਕਾਰੀ। ਇੱਛਾ ਸਾਡੀ ਕੋਈ ਨਹੀਂ, ਕੋਈ ਇੱਛਾ ਨਹੀਂ ਸਾਡੀ, ਅਸੀਂ ਅਤੀਤ ਆ। ਅਤੀਤ ਕਿਹਨੂੰ ਕਹਿੰਦੇ ਆ? ਜਿਹਨੂੰ ਘਰ ਦਾ ਮੋਹ ਕੋਈ, ਕੱਲ ਦਾ ਫਿਕਰ ਕੋਈ, ਲੰਘੇ ਕੱਲ ਦਾ ਵੀ ਨਾ, ਜੈਸਟਰਡੇ ਦਾ ਨਾ, ਟੁਮਾਰੋ ਦਾ ਨਾ, ਟੂਡੇ ਦਾ, ਕਾਮੀ ਕੋਈ ਨਹੀਂ, ਬੇਪਰਵਾਹ ਨਿਸ਼ਚਿੰਤ। ਮਰਦ ਕਹਿੰਦੇ ਅਤੀਤ ਵਰਾਗੀਆਂ। ਅੱਗੇ ਕਿੱਥੇ ਜਾਣਾ ਹੈ? ਕਹਿੰਦੇ ਸਾਨੂੰ ਵੀ ਨਹੀਂ ਪਤਾ, ਇਹ ਉਹ ਨਿਰੰਕਾਰ ਜਾਣਦਾ। ਸਤਿਨਾਮ। ਇਹ ਆ ਰੱਬ ਦੇ ਪਿਆਰਿਆਂ ਦੀ ਬੋਲੀ। ਤੇ ਸਾਨੂੰ ਪੁੱਛੋ ਕੱਲ ਕਿੱਥੇ ਜਾਣਾ? ਫਲਾਣੀ ਥਾਂ ਤੇ। ਕੱਲ ਕਿੱਥੇ ਸੀ? ਉੱਥੇ। ਸ਼ਾਇਦ ਮੈਂ ਨਾ ਜਾਵਾਂ, ਮੇਰਾ ਪੱਕਾ ਨਹੀਂ, ਮੈਂ ਡਿਸਾਈਡ ਨਹੀਂ ਕਰ ਸਕਦਾ। ਕਿਤੇ ਨਾ ਅਸੀਂ ਕੱਲ ਉੱਤੇ ਵੀ ਮਾਨ ਕਰੀ ਫਿਰਦੇ ਆ ਵੀ ਸਾਡੀ ਕੱਲ ਪਰਮਾਨੈਂਟ ਹੈ। ਪਰ ਰੱਬ ਦੇ ਪਿਆਰੇ ਕੀ ਕਹਿੰਦੇ ਆ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੱਲ ਦਾ ਪਤਾ ਨਹੀਂ ਕਿੱਥੇ ਹੋਵਾਂਗੇ, ਪਰਮਾਤਮਾ ਕਿੱਥੇ ਲੈ ਕੇ ਜਾਏਗਾ। ਅੱਜ ਉਹਦੀ ਰਜ਼ਾ ਵਿੱਚ, ਉਹਦੀ ਕਿਰਪਾ ਸਦਕਾ ਤੁਹਾਡੇ ਰਾਜ 'ਚ ਬੈਠੇ ਆ। ਤਬ ਮੰਤਰੀ ਪਦ ਬੰਧਨ ਕਰਕੇ, ਗਿਆ ਭੂਪਟ ਗਹਿ ਤਿਉਰ ਧਰ ਕੇ। ਬਸ ਦੋ ਹੀ ਗੱਲਾਂ ਕੀਤੀਆਂ, ਸਤਿਗੁਰਾਂ ਬਾਰੇ ਜਾਣਿਆ। ਮੰਤਰੀ ਨੇ ਮਰਦ ਨੂੰ ਟੇਕਿਆ ਮੱਥਾ, ਕਹਿੰਦਾ ਪਾਤਸ਼ਾਹ ਮੈਂ ਆਉਣਾ। ਇੰਨਾ ਖੁਸ਼ ਹੋ ਕੇ ਖਿੜ ਕੇ ਗਿਆ। ਗੁਰੂ ਸਾਹਿਬ ਦਾ ਪ੍ਰਭਾਵ ਉਸ ਰਾਖਸ਼ ਨੇ ਕਬੂਲ ਲਿਆ, ਉਹ ਰਾਖਸ਼ ਨਹੀਂ ਦੇਵਤਾ ਬਣ ਗਿਆ। ਆਖੋ ਸਤਿਨਾਮ। ਬੰਦਾ ਸੁਭਾਅ ਕਰਕੇ ਰਾਖਸ਼ ਹੈ, ਸੁਭਾਅ ਕਰਕੇ ਦੇਵਤਾ ਹੈ। ਨੇਚਰ ਵਾਈਜ਼ ਆ ਨਾ ਸਾਰਾ ਕੁਝ। ਸਾਡੇ ਪਰਿਵਾਰਾਂ 'ਚ ਬੜੇ ਰਾਖਸ਼ ਨੇ, ਬੜੇ ਦੇਵਤੇ ਵੀ ਹੁੰਦੇ ਆ, ਪਰ ਕਈ ਵਾਰ ਇੱਕ ਬੰਦਾ ਰਾਖਸ਼ ਦਾ ਰੋਲ ਵੀ ਪਲੇ ਕਰੀ ਜਾਂਦਾ ਹੈ, ਦੇਵਤੇ ਦਾ ਵੀ। ਉਹਦੀ ਸਮਝ ਨਹੀਂ ਆਉਂਦੀ ਪਰਿਵਾਰ ਨੂੰ। ਗੁਰਦੁਆਰੇ ਜਾਵੇ ਬੜੀ ਸੇਵਾ ਕਰਦਾ ਹੈ, ਘਰੇ ਹੋਵੇ ਮਾਵਾਂ ਦੀਆਂ ਗਾਲਾਂ ਕੱਢਦਾ, ਸਿੱਧੀਆਂ ਗਾਲਾਂ ਕੱਢਦਾ। ਅਗਲਾ ਕਹਿੰਦਾ ਯਾਰ ਉੱਥੇ ਤੇ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ ਫਿਰਦਾ, ਬੜੀ ਸੇਵਾ ਕਰਦਾ, ਹੱਥਾਂ 'ਚੋਂ ਜੋੜੇ ਖੁੰਦਾ, ਹੱਥਾਂ 'ਚੋਂ ਭਾਂਡੇ ਫੜਦਾ, ਪਰ ਘਰੇ ਜੇ ਕਿਸੇ ਨੇ ਗੱਡੀ ਦਰਵਾਜ਼ੇ ਅੱਗੇ ਗਲਤ ਪਾਰਕ ਕਰਤੀ, ਬਸ ਫਿਰ ਉਹੀ ਉਹ ਜਾਣਦਾ ਜਿਹਨੇ ਕੀਤੀ ਹੋਈ, ਉਹਦੇ ਨਾਲ ਕੀ ਹੋਈ। ਡਬਲ ਰੋਲ ਸਾਡੇ, ਇੱਕ ਨਹੀਂ ਆ। ਕਹਿੰਦੇ ਰਾਖਸ਼ਾਂ ਦਾ ਮੰਤਰੀ ਚੱਲ ਕੇ ਆਪਣੇ ਰਾਜੇ ਕੋਲ ਆਇਆ, ਖੁਸ਼ ਬੜਾ ਚਿਹਰੇ ਤੋਂ, ਕਿਉਂਕਿ ਸਕਸੈਸ ਹੋ ਗਿਆ। ਜਿੱਥੇ ਤੱਕ 7 ਵਾਰ ਭੇਜੇ ਰਾਖਸ਼ ਨਹੀਂ ਗਏ, ਅੰਨੇ ਹੁੰਦੇ ਰਹੇ। ਇਹ ਉਸ ਬਾਉਂਡਰੀ ਨੂੰ ਪਾਰ ਕਰਕੇ
ਗੁਰੂ ਸਾਹਿਬ ਕੋਲ ਆਇਆ, ਮਿਲ ਕੇ ਆਇਆ, ਨਾਮ ਪੁੱਛ ਕੇ ਆਇਆ। ਇਹ ਵੀ ਪੁੱਛਿਆ ਤੁਸੀਂ ਕੌਣ ਹੋ? ਆ ਕੇ ਆਪਣੇ ਰਾਜੇ ਨੂੰ ਕਹਿੰਦਾ ਜੀ ਕੋਈ ਖਤਰੇ ਵਾਲਾ ਕੰਮ ਨਹੀਂ, ਉਹ ਮਨੁੱਖ ਨਹੀਂ, ਉਹ ਰੱਬ ਦੇ ਪਿਆਰੇ ਹਨ। ਨਗਰ ਤੋਹੀ ਆਇਓ ਕਰਤਾਰਾ, ਸ਼ਰਨ ਗਹੋ ਹੋਵੇ ਨਿਸਤਾਰਾ। ਰਾਖਸ਼ਾਂ ਦਾ ਰਾਜਾ ਜਿਹਦਾ ਨਾਮ ਹੈ ਦੇਵਲੂਤ, ਆਪਣੇ ਮੰਤਰੀ ਨੂੰ ਪੁੱਛਦਾ ਹੈ, ਕਹਿੰਦਾ ਆਏ ਕੀ ਕਰਨ, ਇਹ ਕਿੱਥੋਂ ਆਏ ਨੇ? ਪਤਾ ਕੋ ਵੀ ਕਹਿੰਦਾ ਜਿੱਥੋਂ ਤੱਕ ਮੈਂ ਵੇਖਿਆ ਮੈਨੂੰ ਲੱਗਦਾ ਹੈ ਜਿਸ ਰੱਬ ਬਾਰੇ ਆਪਾਂ ਸੁਣਦੇ ਆ ਨਾ, ਇਹ ਉਹੀ ਕਰਤਾ ਕਰਤਾਰ ਜੀ ਸਾਡੇ ਇਲਾਕੇ ਆਏ ਨੇ। ਆਪਕੋ ਸਤਨਾਮ। ਰਾਜ ਨੇ ਇਹਨਾਂ ਬਾਰੇ ਪੁੱਛੋ ਨਾ, ਮੇਰੀ ਤੇ ਸਲਾਹ ਇਹ ਵੀ ਜਾ ਕੇ ਮੱਥਾ ਟੇਕੋ, ਚਰਨ ਫੜੋ, ਸਿੱਧੀ ਜੁਨੇ ਬੈਠੀ ਆ, ਆਪਣਾ ਵੀ ਉਧਾਰ ਹੋ ਜੇ। ਪਰਮ ਹਿਰਦੈ ਕੀ ਸਭ ਪਰਿਹਰ ਕੇ, ਚਲੋ ਮਿਲੋ ਪ੍ਰੀਮੈ ਔਰ ਭਰ ਕੇ। ਮਨ ਦਾ ਭਰਮ ਛੱਡ ਕੇ ਮੇਰੇ ਨਾਲ ਚੱਲੋ, ਬੜੇ ਪ੍ਰੇਮ ਨਾਲ ਮਿਲੋ ਤੇ ਬੜੇ ਸਹਿਜ ਸੁਭਾਅ ਵਾਲੇ, ਮਿੱਠੇ ਸੁਭਾਅ ਵਾਲੇ। ਹੁਣ ਰਾਖਸ਼ ਨੂੰ ਕੌਣ ਸਮਝਾਵੇ, ਨਾਸਤਕ ਨੂੰ ਕੌਣ ਸਮਝਾਵੇ ਵੀ ਰੱਬ ਤੇ ਰੱਬ ਦੇ ਪਿਆਰਿਆਂ ਦਾ ਘਰ ਕਿਹੋ ਜਿਹਾ ਹੈ? ਘਟੀਆ ਸੋਚ ਵਾਲੇ ਬੰਦੇ ਕੋਲ ਪੋਜ਼ਿਟਿਵ ਵਿਚਾਰਾਂ ਦਾ ਕੀ ਮੁੱਲ ਹੈ? ਇੱਕ ਇਨਸਾਨ ਆ, ਉਹ ਕਹਿੰਦਾ ਮੈਂ ਤੇ ਮਾੜੇ ਕੰਮ ਕਰਨੇ, ਮੈਂ ਠੱਗੀ ਵੀ ਮਾਰੂ, ਰਿਸ਼ਵਤ ਵੀ ਲਊ, ਮੈਂ ਪੈਸੇ ਦੇ ਕੇ ਨੌਕਰੀ ਲੱਗਾ, ਮੈਂ ਲੁੱਟੂ ਲੋਕਾਂ ਨੂੰ। ਤੇ ਤੁਸੀਂ ਉਹਨੂੰ ਆਖੋ ਵੀ ਦਸਬੰਧ ਕੱਢਿਆ, ਸੇਵਾ ਵੀ ਕਰਿਆ, ਲੋੜਵੰਦ ਦੀ ਬਾਂਹ ਵੀ ਫੜਿਆ ਕਰ, ਗਰੀਬਾਂ ਨਾਲ ਖੜਿਆ ਵੀ ਕਰ। ਉਹ ਪਤਾ ਕੀ ਕਹੂਗਾ? ਉਹ ਜਾ ਭਰਾਵਾ ਆਪਣੀਆਂ ਗੱਲਾਂ ਆਪਣੇ ਕੋਲੇ ਰੱਖ, ਮੈਨੂੰ ਪਤਾ ਮੈਂ ਨਹੀਂ ਕਰਨੀ, ਮੈਨੂੰ ਪਤਾ। ਉਹ ਕਹਿੰਦਾ ਇੱਥੇ ਇਮਾਨਦਾਰੀ ਕੋਈ, ਲਾਇਲ ਹੈ ਕੋਈ, ਉਹਦੀ ਸੋਚ ਇਦਾਂ ਦੀ ਹੈ। ਰਾਜਾ ਕਹਿੰਦਾ ਮੰਤਰੀਆ ਤੈਨੂੰ ਮੈਂ ਪਤਾ ਕਰਨ ਵਾਸਤੇ ਭੇਜਿਆ, ਕੌਣ ਨੇ? ਇਹਦਾ ਮਤਲਬ ਇਹ ਨਹੀਂ ਵੀ ਮੈਂ ਮੱਥਾ ਟੇਕਾਂ ਜਾ ਕੇ, ਮੈਂ ਰਾਜਾ, ਉਹ ਵੀ ਰਾਖਸ਼। ਜਿਨ੍ਹਾਂ ਰਾਖਸ਼ਾਂ ਦੇ ਕੋਲੋਂ ਦੇਵਤੇ ਵੀ ਡਰਦੇ ਹਨ। ਦੋਹਰ ਦੇਵਲੂਤ ਸੁਣ ਕਰ ਕਹੈ, ਮਾਨੁਖ ਭੋਜਨ ਮੋਰ, ਗਹੋ ਨ ਤਿਨ ਕੀ ਸ਼ਰਨ ਹੋ, ਮਾਨੋ ਵਚਨ ਨ ਤੋਰ। ਮੰਤਰੀ ਨੇ ਤੇ ਆਪਣੀ ਸਲਾਹ ਦੇਣੀ ਸੀ, ਕਹਿੰਦਾ ਜੀ ਮੇਰੇ ਨਾਲ ਚੱਲੋ, ਚਰਨ ਫੜੋ ਰੱਬ ਦੇ, ਚੰਗੇ ਪਾਸੇ ਲੱਗ ਜਾਓ। ਕਹਿੰਦਾ ਮੈਨੂੰ ਸਲਾਹ ਨਾ ਦੇ, ਉਹ ਮਨੁੱਖ ਨੇ, ਮੇਰੇ ਸ਼ਿਕਾਰ ਨੇ, ਮੇਰੇ ਲਈ ਸਿਰਫ ਉਹ ਮਾਂ ਸਨ, ਤੇਰੇ ਲਈ ਰੱਬ ਹੋਣਗੇ, ਤੇਰੇ ਲਈ ਕਰਤਾਰ ਹੋਣਗੇ। ਸ਼ਿਕਾਰੀ ਦੀ ਨਜ਼ਰ ਵਿੱਚ ਨਾ ਹਿਰਨ ਹੈ ਨਾ ਮੱਛੀ ਹੈ, ਉਹਦੇ ਲਈ ਸਿਰਫ ਸ਼ਿਕਾਰ ਹੈ। ਸੁਨਿਆਰ ਦੀ ਨਜ਼ਰ ਵਿੱਚ ਸਾਰਾ ਹੀ ਸੋਨਾ ਹੈ, ਅਲੰਕਾਰ ਵਿੱਚ ਥੈਲੀ ਹੋਈ ਹੈ, ਤਾਤੇ ਕਣਕ ਵਿਖਾਂਦੀ। ਸਾਹਿਬ ਕਹਿੰਦੇ ਨਾ ਇਹ ਕੰਨਾਂ ਦੀਆਂ ਵਾਲੀਆਂ, ਨਾ ਇਹ ਗਲ ਦਾ ਹਾਰ ਹੈ, ਨੈਕਲਸ ਨਹੀਂ ਹੈ, ਨਾ ਹੱਥਾਂ ਦੇ ਚੂੜੇ ਨੇ, ਉਹਦੇ ਲਈ ਸਿਰਫ ਕਣਕ ਨਾਮ ਹੈ ਸੋਨੇ ਦਾ। ਸੁਨਿਆਰ ਕੋਲ ਲੈ ਜਾਓ, ਉਹਨੇ ਇੱਕੋ ਭਾਅ ਤੋਲਣਾ। ਉਹ ਇਹ ਥੋੜਾ ਕਹਿਣਾ ਵੀ ਹਾਰ ਜ਼ਿਆਦਾ ਮਹਿੰਗਾ ਏ, ਕੰਨਾਂ ਵਾਲੇ ਘੱਟ ਮਹਿੰਗੇ ਆ, ਨਹੀਂ, ਉਹਨੇ ਤੋਲ ਦੇ ਹਿਸਾਬ ਨਾਲ ਬੋਲਣਾ। ਭਾਵੇਂ ਹਾਰ ਬਣਾ ਲਓ, ਭਾਵੇਂ ਕੰਨਾਂ ਵਾਲਾ ਕੁਝ ਬਣਾ ਲਓ, ਸੋਨਾ ਸੋਨਾ ਹੀ ਹੈ। ਲੋਹਾਰ ਕੋਲ ਚਲੇ ਜਾਓ, ਉਹਦੇ ਕੋਲ ਲੋਹਾ ਲੋਹਾ ਹੀ ਹੈ। ਤੁਸੀਂ ਗੇਟ ਬਣਾ ਲਓ, ਗਰਿੱਲਾਂ ਬਣਾ ਲਓ, ਉਹਨੇ ਲੋਹੇ ਦੇ ਭਾਅ ਖਰੀਦਣਾ ਤੇ ਆਪਣੀ ਮਰਜ਼ੀ ਨਾਲ ਵੇਚੋ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਜਦੋਂ ਉਹਨੇ ਕਿਹਾ ਨਾ ਵੀ ਮੱਥਾ ਟੇਕ ਲਓ, ਕਹਿੰਦਾ ਨਹੀਂ, ਇਹ ਸ਼ਿਕਾਰ ਨੇ ਸਾਡੇ, ਅਸੀਂ ਤੇ ਇਹਨਾਂ ਨਾਲ ਪੇਟ ਭਰਨਾ, ਇਹ ਚੱਲ ਕੇ ਭੁਲੇਖੇ ਨਾਲ ਸਾਡੇ ਰਾਜ ਵਿੱਚ ਖਲਲ ਪਾਉਂਦੇ ਆ। ਮੈਂ ਇਹਨਾਂ ਦੀ ਸ਼ਰਨ ਕਿਵੇਂ ਆਵਾਂ, ਕਿਵੇਂ ਮੈਂ ਮੱਥਾ ਟੇਕ ਸਕਦਾ ਹਾਂ? ਚੌਪਈ ਕੈਸੇ ਹੈ ਦੇਖੋ ਮੈਂ ਜਾਏ, ਜੋ ਕਹਿ ਆਪ ਚੱਲ ਪੁਨਰਾਈ। ਮੰਤਰੀ ਨੂੰ ਕਹਿਣ ਲੱਗਿਆ ਤੂੰ ਖੜ ਇੱਥੇ, ਮੈਂ ਵੇਖ ਕੇ ਆਉਣਾ ਕਿਹੋ ਜਿਹੇ ਨੇ ਇਹ। ਹੰਕਾਰ ਭਰਿਆ ਨਾ ਅੰਦਰ, ਉਹਦੇ ਲਈ ਰੱਬ ਥੋੜੀ ਹੈ। ਜਿਹੜਾ ਮਿਲ ਕੇ ਆਇਆ ਜੀ ਉਹਨੂੰ ਪਤਾ ਹੈ ਵੀ ਚੰਦਨ ਦੀ ਸੰਗਤ ਕੀ ਹੈ, ਖੁਸ਼ਬੂ ਕਿਹੋ ਜਿਹੀ। ਜਿਹੜਾ ਰਿਹਾ ਹੀ ਬਾਂਸਾਂ ਦੇ ਜੰਗਲ 'ਚ ਹੋਵੇ ਉਹਨੂੰ ਚੰਦਨ ਦਾ ਕੀ ਪਤਾ ਹੈ। ਜਿਹਨੇ ਨਿੰਮ ਦੇ ਪੱਤੇ ਚੱਖੇ ਹੋਏ ਆ ਉਹਨੂੰ ਕੀ ਪਤਾ ਹੈ ਗੁਲਾਬ ਦਾ ਰਸ ਕੀ ਹੈ, ਗੁਲਾਬ ਦੀ ਮਹਿਕ ਕੀ ਹੈ। ਇਹ ਰਾਖਸ਼ਾਂ ਦਾ ਰਾਜਾ ਆਪਣੇ ਹੰਕਾਰ ਵਿੱਚ ਆਪਣੀ ਫੌਜ ਨੂੰ ਲੈ ਕੇ ਉਸ ਪਾਸੇ ਚੱਲ ਪਿਆ। ਮੰਤਰੀ ਨਾਲ ਤੁਰਿਆ ਜਾਂਦਾ ਹੈ, ਕਹਿੰਦਾ ਕੋਈ ਨਹੀਂ ਮੂਰਖਾ, ਉਹ ਰੱਬ ਪਿਆਰਾ ਏ ਜਿਹਨੇ ਮੇਰੇ ਵਰਗੀ ਦੀ ਮੱਤ ਸਿੱਧੀ ਕਰਤੀ, ਤੂੰ ਚੀਜ਼ ਕੀ ਆ? ਆਖੋ ਸਤਿਨਾਮ। ਇੰਨਾ ਪ੍ਰਭਾਵ ਪਿਆ, ਕਿਉਂ? ਕਿਉਂਕਿ ਉਹ ਪੋਜ਼ਿਟਿਵ ਵੇ ਨਾਲ ਗਏ। ਗੱਲਾਂ ਸਾਰੀਆਂ ਗੱਲਾਂ ਹੀ ਹੁੰਦੀਆਂ, ਤੁਸੀਂ ਕਥਾ ਸੁਣ ਲਓ, ਕਿਸੇ ਦੀ ਸੁਣ ਲਓ, ਜਦੋਂ ਪੋਜ਼ਿਟਿਵ ਵੇ ਨਾਲ ਸੁਣੋਗੇ ਬੜਾ ਕੁਝ ਸਿੱਖਣ ਨੂੰ ਮਿਲੇਗਾ।
ਜਿੱਦਣ ਨੈਗੇਟਿਵ ਵੇ ਨਾਲ ਸੁਣੋਗੇ ਨਾ ਉਦੋਂ ਪਤਾ ਕੀ ਲੈ ਇਹ ਯਾਰ ਇਹਨੂੰ ਬੋਲਣਾ ਹੀ ਨਹੀਂ ਆਉਂਦਾ, ਇਹਨੂੰ ਤੇ ਪੰਗਤੀ ਭੁੱਲ ਗਈ, ਇਹਦਾ ਬੋਲਣ ਦਾ ਸਟਾਈਲ ਠੀਕ ਨਹੀਂ, ਇਹਦੀ ਆਵਾਜ਼ ਨਹੀਂ ਵਧੀਆ, ਲੈ ਇਹਦੀ ਕੋਈ ਉਮਰ ਆ ਕੱਡੀਆਂ ਗੱਲਾਂ ਨੈਗੇਟਿਵ ਹੈ। ਪਰ ਜਿਹਦੀ ਸੋਚ ਪੋਜ਼ਿਟਿਵ ਹੈ ਉਹ ਕਹਿੰਦਾ ਮੈਂ ਬੰਦਾ ਨਹੀਂ ਵੇਖਣਾ, ਉਹਦੀ ਉਮਰ ਨਹੀਂ ਵੇਖਣੀ, ਉਹਦੀਆਂ ਗੱਲਾਂ ਨਹੀਂ ਵੇਖਣੀਆਂ, ਉਹਦੇ ਬਚਨਾਂ ਦੇ ਪਿੱਛੇ ਗੁਰੂ ਦੀ ਸੱਤਿਆ ਕਿਹੜੀ ਕੰਮ ਕਰਦੀ ਹੈ, ਉਹਦੇ ਬੋਲਾਂ ਦਾ ਪ੍ਰਭਾਵ ਮੇਰੀ ਜ਼ਿੰਦਗੀ ਤੇ ਕਿਹੋ ਜਿਹਾ ਪੈਂਦਾ ਏ ਤੇ ਮੈਂ ਕੀ ਸਿੱਖਣਾ। ਇਹ ਹੈ ਚੰਗੀ ਸੋਚ ਦਾ ਨਤੀਜਾ। ਹੁਣ ਚੰਗੀ ਸੋਚ ਵਾਲਾ ਸੀ ਮੰਤਰੀ ਤੇ ਮਾੜੀ ਸੋਚ ਵਾਲਾ ਸੀ ਰਾਖਸ਼ ਰਾਜਾ। ਉਹ ਰਾਖਸ਼ ਕਾਹਦਾ ਜਿਹਦੀ ਸੋਚ ਚੰਗੀ ਹੋ ਜਾਏ, ਰਾਖਸ਼ ਦੀ ਬਿਰਤੀ ਸਦਾ ਮਾੜੀ ਹੈ। ਕਹਿੰਦੇ ਗੁੱਸੇ ਵਿੱਚ ਆਇਆ, ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ, ਫੌਜੀਆਂ ਨੂੰ ਨਾਲ ਲੈ ਕੇ, ਰਾਖਸ਼ਾਂ ਨੂੰ ਰੌਲਾ ਪਾਉਂਦਾ, ਹੱਲਾ ਮਚਾਉਂਦਾ ਉਸ ਪਹਾੜੀ ਵੱਲ ਚੱਲ ਪਿਆ ਏ। ਅਬ ਰਾਖਸ਼ ਹੈ ਜਾ ਕੇ ਸੰਗਾ, ਜਨ ਗਿਰ ਆਵਤ ਮੇਚਕ ਅੰਗਾ। ਕਹਿੰਦੇ ਪਹਾੜ ਤੋਂ ਉਤਰੇ ਹਾਹਾਕਾਰ ਮਚਾਈ ਆਉਂਦੇ ਆ। ਭਾਈ ਮਰਦਾਨਾ ਕਹਿੰਦਾ ਬਾਬਾ ਇਹ ਨਹੀਂ ਸੁਧਰਦੇ, ਭੱਜ ਲੋ ਇੱਥੋਂ, ਆਖੋ ਸਤਨਾਮ। ਇਹ ਤੇ ਸਾਰੇ ਤੁਰੇ ਆਉਂਦੇ ਆ, ਮੰਤਰੀ ਵੀ ਪਿੱਛੇ ਐ, ਲੱਗਦਾ ਪਾਤਸ਼ਾਹ ਮੰਤਰੀ ਚਲਾਕ ਨਿਕਲਿਆ। ਮਰਦ ਕਹਿੰਦੇ ਨਹੀਂ, ਉਹਦਾ ਕੋਈ ਕਸੂਰ ਨਹੀਂ। ਹੁਣ ਜੇ ਚੰਗੇ ਬੰਦੇ ਦੀ ਗੱਲ 20 ਬੰਦੇ ਮੰਨਣੀ ਨਾ ਜੀ, ਚੰਗਾ ਨਹੀਂ, ਚੁੱਪ ਚਪੀਤਾ ਮੰਤਰੀ ਸਲਾਹਕਾਰ ਪਿੱਛੇ ਪਿੱਛੇ ਤੁਰਿਆ ਆਉਂਦਾ। ਰਾਖਸ਼ ਹੰਕਾਰ ਵਿੱਚ ਹਾਹਾਕਾਰ ਮਚਾਉਂਦੇ। ਕਹਿੰਦੇ ਸਤਿਗੁਰਾਂ ਵਾਲੀ ਪਹਾੜੀ ਚੜ੍ਹਨਾ, ਜਿਸ ਦੂਣ ਦੇ ਵਿੱਚੋਂ ਚੜ੍ਹਨਾ ਸੀ ਨਾ ਉਹਨਾਂ ਨੇ, ਚੜ੍ਹਦੇ ਚੜ੍ਹਦੇ ਉਸੇ ਥਾਂ ਤੱਕ ਆ ਗਏ, ਉਸ ਪੱਥਰ ਕੋਲੇ ਜਿੱਥੋਂ ਪਹਿਲਾਂ ਰਾਖਸ਼ ਮੁੜਦੇ ਰਹੇ। ਚੱਲ ਕਰ ਆਏ ਜਬ ਸਮੀਪਾ, ਅੰਦੇ ਭਏ ਸਹਿਤ ਅਵਨੀਪਾ। ਰਾਜੇ ਦੇ ਸਮੇਤ ਉਹਦੀ ਫੌਜ ਜਦੋਂ ਸਤਿਗੁਰਾਂ ਦੇ ਕਰੀਬ ਆਈ, ਕਹਿੰਦੇ ਸਾਰੇ ਦੇ ਸਾਰੇ ਅੰਨੇ ਹੋ ਗਏ, ਦਿਸਣੀ ਨਾ ਗੁਰੂ ਸਾਹਿਬ, ਨਾ ਪਹਾੜ ਨਜ਼ਰ ਆਵੇ, ਨਾ ਸਤਿਗੁਰ, ਨਾ ਉਹ ਰੁੱਖ ਨਜ਼ਰ ਆਵੇ, ਬਲਾਈਂਡ ਹੋ ਗਏ, ਬਲਰ ਦਿਸਦਾ, ਬਿਲਕੁਲ ਡਾਰਕ ਕਾਲਾ। ਰਾਖਸ਼ਾਂ ਦਾ ਰਾਜਾ ਕਹਿੰਦਾ ਮੈਨੂੰ ਤੇ ਦਿਸਦਾ ਕੁਝ ਨਹੀਂ, ਬਾਕੀ ਕਹਿੰਦੇ ਜੀ ਦਿਸਦਾ ਸਾਨੂੰ ਵੀ ਕੁਝ ਨਹੀਂ, ਸਾਡਾ ਵੀ ਉਹੀ ਹਾਲ ਹੈ ਜੋ ਪਹਿਲਿਆਂ ਵਾਲਾ ਹੋਇਆ ਏ। ਇੱਕ ਮੰਤਰੀ ਕੋ ਧੀਤ ਦਿਖਾਏ, ਔਰ ਫਿਰੇ ਭੂਲੇ ਤੇ ਥਾਏ। ਹੁਣ ਰਾਖਸ਼ ਇੱਕ ਦੂਜੇ 'ਚ ਵੱਜਦੇ ਫਿਰਦੇ ਆ, ਦਿਸਦਾ ਹੀ ਕੁਝ ਨਹੀਂ, ਪਰ ਮੰਤਰੀ ਹਸੇ ਕਿਉਂਕਿ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦਿਸ ਰਹੇ ਆ। ਰਾਜੇ ਨੂੰ ਕਹਿੰਦਾ ਰਾਜਨ ਮੈਨੂੰ ਤੇ ਫਕੀਰ ਨਜ਼ਰ ਆ ਰਹੇ। ਰਾਜਾ ਕਹਿੰਦਾ ਮੈਨੂੰ ਤਾਂ ਨਹੀਂ ਦਿਸਦੇ। ਕਹਿੰਦਾ ਕੀ ਕਰਦੇ ਆ? ਬੈਠੇ ਕੋਠਵੇ। ਕਹਿੰਦਾ ਜੀ ਉਸੇ ਥਾਂ ਬੈਠੇ ਮੁਸਕਰਾ ਰਹੇ ਨੇ, ਗੁਲਾਬ ਦੇ ਫੁੱਲ ਵਾਂਗ ਟਹਿ ਰਹੇ। ਤੇ ਰਾਜੇ ਨੂੰ ਇੱਕ ਚੜੇ ਗੁੱਸਾ, ਇੱਕ ਲੱਥੇ ਵੀ ਮੈਂ ਰਾਜਾ ਹੋ ਕੇ ਅੰਨਾ ਤੇ ਮੰਤਰੀ ਹੋ ਕੇ ਵੇਖੀ ਜਾਂਦਾ। ਬੰਦੇ ਨੂੰ ਸਾੜਾ ਤੇ ਹੁੰਦਾ ਹੀ ਹੁੰਦਾ ਵੀ ਮੇਰਾ ਰੁਤਬਾ ਵੱਡਾ ਤੇ ਇੱਜ਼ਤ ਮੈਤੋਂ ਲੋਅਰ ਬੰਦੇ ਦੀ ਕਿਉਂ ਹੋ ਰਹੀ ਹੈ, ਮੇਰੇ ਤੋਂ ਜੂਨੀਅਰ ਬੰਦਾ ਮੇਰੇ ਤੋਂ ਵੱਧ ਇੱਜ਼ਤ ਕਿਉਂ ਘਟਦਾ ਹੈ। ਇਹ ਸਾੜਾ ਗੁਣ ਸਾਡਾ ਸੁਭਾਅ ਹੀ ਤਾਂ, ਪਰ ਉਹ ਤੇ ਹੈ ਹੀ ਰਾਖਸ਼ ਸੀ। ਮੰਤਰੀ ਕਹਿੰਦਾ ਜੀ ਮੈਨੂੰ ਤੇ ਸਾਧੂ ਬੈਠੇ ਨਜ਼ਰ ਆਉਂਦੇ, ਤੁਹਾਨੂੰ ਕਿਉਂ ਨਹੀਂ ਦਿਸਦੇ? ਕਹਿੰਦਾ ਬਈ ਮੈਨੂੰ ਤਾਂ ਕੁਛ ਨਹੀਂ ਦਿਸਦਾ, ਮੈਂ ਕਹਿੰਦਾ ਹੋ ਗਈ। ਪਰ ਜਦੋਂ ਰਾਜਾ ਪਿੱਛੇ ਮੁੜ ਕੇ ਰਾਖਸ਼ਾਂ ਦਾ ਵੇਖਦਾ, ਪਹਾੜ ਨਜ਼ਰ ਆਉਂਦੇ ਆ, ਸਾਰਾ ਰਾਜ ਭਾਗ ਦਿਸਦਾ ਏ। ਤਬੇ ਸਚਵ ਨੇ ਗਿਰਾ ਉਚਾਈ, ਕਿਆ ਭੂਪਤ ਸੁਧਿਆ ਹੈ ਤੁਮਾਰੀ। ਫਿਰ ਉਹ ਮੰਤਰੀ ਹੱਸ ਕੇ ਪੁੱਛਦਾ, ਕਹਿੰਦਾ ਰਾਜਨ ਦੁਬਾਰਾ ਦੱਸੋ ਖਬਰਸਾਰ ਕੀ ਤੁਹਾਡੀ। ਤੇ ਰਾਜੇ ਰਾਖਸ਼ ਨੂੰ ਗੁੱਸਾ ਚੜੇ ਵੀ ਮੇਰਾ ਮੰਤਰੀ ਹੋ ਕੇ ਮੈਨੂੰ ਟਿੱਚਰ। ਕਹਿੰਦਾ ਮੈਨੂੰ ਲੱਗਦਾ ਦਿਸਦਾ ਤੈਨੂੰ ਵੀ ਨਹੀਂ। ਕਹਿੰਦਾ ਜਨਾਬ ਮੈਨੂੰ ਸਾਰਾ ਕੁਝ ਦਿਸਦਾ ਹੈ, ਆਓ ਮੇਰੀ ਬਾਹ ਫੜੋ ਜਾਂ ਮੈਂ ਤੁਹਾਡਾ ਹੱਥ ਫੜ ਲੈਣਾ, ਲੈ ਚੱਲਦਾ। ਕਹਿੰਦਾ ਮੈਂ ਨਹੀਂ ਜਾਂਦਾ ਉੱਥੇ, ਕਿਤੇ ਮੇਰਾ ਸ਼ਿਕਾਰ ਨੇ, ਕਿਤੇ ਬੰਦੇ ਆ, ਮਨੁੱਖ ਆ। ਕਿਉਂਕਿ ਰਾਖਸ਼ਾਂ ਨੂੰ ਮਨੁੱਖਾਂ ਨਾਲ ਦੁਸ਼ਮਣੀ ਹੈ। ਕਿਉਂ ਹੈ? ਉਹਨਾਂ ਦੀ ਦੇਵਤਿਆਂ ਨਾਲ ਨਹੀਂ ਬਣਦੀ। ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ। ਚਲੋ ਇਸ ਦੇਸ਼ ਦੀ ਗੱਲ ਕਰ ਲਈਏ, ਭਾਰਤ ਦੀ ਗੱਲ ਕਰ ਲਈਏ, ਇੱਥੇ ਯੁੱਧ ਹੁੰਦੇ ਰਹੇ ਆ ਦੇਵਤਿਆਂ ਤੇ ਰਾਖਸ਼ਾਂ ਦੇ। ਜੇ ਤੁਸੀਂ ਕਹੋਗੇ ਨਾ ਰਾਖਸ਼ ਮਾੜੇ ਆ ਤੇ ਚੰਗੇ ਦੇਵਤੇ ਵੀ ਨਹੀਂ, ਈਰਖਾ ਦੇ ਉਹ ਵੀ ਭਰੇ ਹੋਏ ਆ। ਤਾਂ ਹੀ ਸਤਿਗੁਰਾਂ ਨੇ ਕਿਹਾ ਏ ਦੇਵਤਿਆਂ ਤੋਂ ਉੱਤਮ ਬਣ ਜਾ, ਰੱਬ ਦਾ ਪਿਆਰਾ ਹੋ ਜਾ। ਦੇਵਤੇ ਹਉਮੈ 'ਚ ਜਿਉਂਦੇ ਆ, ਹਰ ਇੱਕ ਆਪਣੀ ਪੂਜਾ ਪਿੱਛੇ ਤੁਰਿਆ ਫਿਰਦਾ। ਕਹਿੰਦਾ ਮੈਨੂੰ ਮੱਥਾ ਟੇਕ, ਦੂਜਾ ਕਹਿੰਦਾ ਮੈਨੂੰ ਟੇਕ। ਦੇਵਤਿਆਂ ਨੇ ਵੀ ਤੇ ਬੇਈਮਾਨੀ ਕੀਤੀ ਰਾਖਸ਼ਾਂ ਦੇ ਨਾਲ। ਅੰਮ੍ਰਿਤ ਆਪ ਪੀ ਲਿਆ, ਸ਼ਰਾਬ ਉਹਨਾਂ ਨੂੰ ਪੀਤਾ ਤੇ ਤਾਂ ਔਖਾ ਹੀ ਆ। ਜਦ ਕਿ ਰਾਖਸ਼ ਅਤੇ ਦੇਵਤਿਆਂ 'ਚ ਕੋਈ ਬਹੁਤਾ ਫਰਕ ਨਹੀਂ ਹੈ, ਇੱਕੋ ਹੀ ਕੁੱਲ ਹੈ, ਇੱਕੋ ਹੀ ਕੁੱਲ ਹੈ।
ਪਰ ਸੁਭਾਅ ਕਰਕੇ ਫਿਰ ਸਾਡੇ ਵਿੱਚ ਕਈ ਲੋਕ ਦੇਵਤੇ ਹੁੰਦੇ ਆ, ਕੋਈ ਸਾਧੂ ਮਹਾਤਮਾ ਇਦਾਂ ਦਾ ਹੁੰਦਾ ਏ, ਦੁਨੀਆ ਅੱਜ ਵੀ ਕਹਿੰਦੀ ਆ ਜੀ ਫਲਾਣੇ ਸੰਤ ਮਹਾਂਪੁਰਖ ਤੇ ਜਿਉਂਦੇ ਜਾਗਦੇ ਰੱਬ ਸੀ, ਉਹਦੇ ਦੇਵਤੇ ਸੀ, ਗਊ ਸਨ ਉਹਦੇ। ਤੇ ਬੜੇ ਇਦਾਂ ਦੇ ਵੀ ਹੁੰਦੇ, ਅਗਲਾ ਕਹਿੰਦਾ ਯਾਰ ਉਹਦਾ ਨਾਂ ਹੀ ਨਾ ਲੈ ਉੱਤੇ, ਬਸ ਪੁੱਛਣਾ ਰਾਖਸ਼ ਬੰਦਾ ਬਖਸ਼ਦਾ ਹੀ ਨਹੀਂ ਕਿਸੇ। ਬੈਠਿਆ ਨੇ ਇਹੋ ਜਿਹੇ ਰਾਖਸ਼ ਜੇਲ੍ਹਾਂ ਦੇ ਵਿੱਚ, ਧਰਮ ਦੀ ਆੜ ਦੇ ਵਿੱਚ। ਉਹਨਾਂ ਸਮਿਆਂ ਵਿੱਚ ਮੰਤਰੀ ਬੜੇ ਪਿਆਰ ਵਿੱਚ ਕਹਿੰਦਾ ਹੈ, ਕਹਿੰਦਾ ਮਨ ਨੀਵਾਂ ਕਰ ਲੋ, ਸਭ ਕੁਝ ਨਜ਼ਰ ਆਵੇਗਾ। ਹੁੰਦੇ ਚਲਤ ਨ ਜਾਵੋ ਭੂਲੇ, ਅਜੋ ਪਿਹੋ ਮੋਹਿ ਅਨਕੂਲੇ। ਤੇ ਫਿਰ ਮੰਤਰੀ ਕਹਿੰਦਾ ਮੇਰੇ ਅਨੁਸਾਰ ਹੋ ਕੇ ਚੱਲੋ, ਮੈਂ ਤੁਹਾਨੂੰ ਕੋਲ ਲੈ ਚੱਲਦਾ, ਮਿਲਾ ਦੇਣਾ, ਤੁਹਾਨੂੰ ਦਿਸ ਜਾਏਗਾ ਸਾਰਾ ਕੁਝ। ਉਹ ਕਹਿੰਦਾ ਮੈਂ ਤੇਰੀ ਕਿਉਂ ਬੰਨਾ, ਤੂੰ ਮੰਤਰੀਆਂ ਮੇਰਾ, ਮੈਨੂੰ ਮੰਤਰ ਦੇ ਸਲਾਹ ਦੇ, ਤੂੰ ਰਾਜਾ ਥੋੜੀ ਹੈ। ਸੱਚੀ ਗੱਲ ਆ ਜੀ, ਸਾਡੀ ਧੌਣ ਵਿੱਚ ਵੀ ਇਹ ਕਿੱਲਾ ਅੜਿਆ ਹੋਇਆ ਪੰਜਾਬ ਵਾਲਿਆਂ ਦੇ। ਕੋਈ ਮਾੜਾ ਜਿਹਾ ਸਰਪੰਚ ਬਣ ਗਿਆ, ਗੱਡੀ ਤੇ ਲਿਖਾਈ ਫਿਰਦਾ ਸਾਬਕਾ ਸਰਪੰਚ ਫਲਾਣਾ ਐਮਸੀ। ਮੈਂ ਕਹਿੰਦਾ ਇੱਥੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਕੋਈ ਗੁਰਦੁਆਰੇ ਦਾ ਪ੍ਰਧਾਨ ਬਣ ਗਿਆ, ਉਹ ਆਕੜਿਆ ਫਿਰਦਾ ਦੂਜੇ ਗੁਰਦੁਆਰੇ ਜਾ ਕੇ ਮੈਨੂੰ ਸਰੋਪਾ ਨਹੀਂ ਪਾਇਆ। ਦੱਸ ਕਿਹੜੇ ਕੰਮਾਂ 'ਚ ਤੁਰੇ ਫਿਰਦੇ? ਬਣਨਾ ਤੇ ਸਿੱਖ ਸੀ, ਬਣਨਾ ਤੇ ਸੇਵਾਦਾਰ ਸੀ, ਬਣੀ ਕੁਝ ਹੋਰ ਹੀ ਕਰਦੇ। ਬਣ ਜਾਂਦੇ ਇਨਸਾਨ, ਬਣ ਜਾਂਦੇ ਧਰਮੀ, ਸਾਡੇ ਲਈ ਇੰਨਾ ਹੀ ਕਾਫੀ ਸੀ। ਧਰਮ ਇੱਕ ਪਾਸੇ ਰੱਖਤਾ, ਇਨਸਾਨੀਅਤ ਇੱਕ ਪਾਸੇ ਰੱਖਦੀ। ਅਸੀਂ ਤੇ ਹੁਣ ਜਥੇਦਾਰ ਬਣਨ ਨੂੰ ਫਿਰਦੇ ਵੀ ਅਸੀਂ ਵੱਡੇ ਹੋ ਜਾਈਏ ਜੀ, ਲੋਕੀ ਸਾਡੇ ਪੈਰੀ ਹੱਥ ਲਾਉਣ, ਲੋਕ ਸਾਨੂੰ ਪੁੱਛ ਕੇ ਕੰਮ ਕਰਨ। ਆਹ ਹੰਕਾਰ ਹੈ ਅੱਜ, ਇਸੇ ਕਰਕੇ ਸਾਡੇ ਤੋਂ ਭਗਤੀ ਨਹੀਂ ਹੋ ਰਹੀ। ਇਹੀ ਕਾਰਨ ਹੈ ਅੱਜ ਸਾਡੇ ਸਿੱਖਾਂ ਦੀ ਸੇਵਾ 'ਚ ਇੰਨਾ ਦਮ ਨਹੀਂ ਜਿੰਨਾ ਗੁਰੂ ਸਾਹਿਬ ਵੇਲੇ ਸਿੱਖਾਂ ਵਿੱਚ ਸੀ ਤੇ ਅੱਜ ਵੀ ਬੰਦਗੀ ਵਾਲਿਆਂ ਵਿੱਚ ਹੈ। ਦਿਖਾਵਾ ਹੀ ਹੈ ਸਾਡੇ ਕੋਲ ਜਾ ਕੇ। ਇਹ ਤੇ ਸਾਰੇ ਮੰਨ ਰਹੇ ਆ ਨਾ ਆਪਾਂ ਵੀ 80% ਅਸੀਂ ਦਿਖਾਵੇ 'ਚ ਲੱਗੇ ਹੋਏ ਆ। 20% ਸਿੱਖ ਨੇ ਜਿਹੜੇ ਬੰਦਗੀ ਕਰਦੇ ਆ, ਨਾਮ ਜਪਦੇ, ਗੁਰੂ ਦਾ ਭੈ ਰੱਖਦੇ, ਡਰ ਰੱਖਦੇ ਆ ਅੰਦਰ। ਹੁਣ ਜਦੋਂ ਰਾਖਸ਼ਾਂ ਦੇ ਰਾਜੇ ਨੇ ਸੁਣਿਆ, ਉਹ ਕਹਿੰਦਾ ਜੀ ਮੈਂ ਤਾਂ ਨਹੀਂ ਮੰਨਦਾ। ਮੰਨਾ ਕਿਉਂ? ਮਨਮੁਖ ਬੰਦੇ ਨੂੰ ਲੱਖ ਧਰਮ ਦੀਆਂ ਗੱਲਾਂ ਸੁਣਾਈ ਚੱਲੋ, ਉਹ ਪੀ ਕੇ ਚਾਹ ਉੱਠ ਕੇ ਕਹਿੰਦਾ ਲੈ ਤੂੰ ਹੀ ਮਾੜੇ ਪਾਸੇ ਲੱਗਿਆ ਹੋਇਆ, ਤੇਰਾ ਹੀ ਦਿਮਾਗ ਖਰਾਬ ਹੈ, ਤੂੰ ਵਿਹਲਾ ਘਰ ਤੋਂ, ਸਾਡੇ ਕੋਲ ਕਿੱਥੇ ਟਾਈਮ। ਪਰ ਗੁਰਮੁਖ ਬੰਦੇ ਕੋਲ ਕੋਈ ਮਨਮੁਖ ਮਾੜੀ ਗੱਲ ਕਰਿਓ, ਕਹਿੰਦੇ ਭਾਈ ਰੱਬ ਤੋਂ ਡਰਿਆ ਕਰ, ਨਾ ਇਹੋ ਜਿਹੀਆਂ ਗੱਲਾਂ ਕਰਿਆ। ਹੁਣ ਇਹ ਮੰਤਰੀ ਹੈ ਤੇ ਰਾਖਸ਼ ਸੀ, ਪਰ ਜਦੋਂ ਗੁਰੂ ਨਾਨਕ ਸਾਹਿਬ ਅੱਗੇ ਉਹ ਸੋਚ ਸਮਝ ਕੇ ਗਿਆ ਵੀ ਮੈਂ ਬੰਦਗੀ ਵਾਲੇ ਰੱਬ ਦੇ ਪਿਆਰਿਆਂ ਦਾ ਜੇ ਨਿਰਾਦਰ ਨਹੀਂ ਕਰ ਸਕਦਾ, ਸਤਿਕਾਰ ਨਹੀਂ ਕਰ ਸਕਦਾ, ਤੇ ਮੈਂ ਬੁਰਾ ਕਿਉਂ ਕਰਾਂ। ਅਰਦਾਸ ਕਰਕੇ ਆ ਗਿਆ ਵੀ ਜੇ ਤੁਸੀਂ ਰੱਬ ਦੇ ਪਿਆਰੇ ਹੋ ਤੇ ਮੈਨੂੰ ਆਪਣੇ ਕੋਲ ਬਿਠਾ ਲਓ। ਮੈਂ ਆਪਣੇ ਬਿਠਾ ਲਿਆ। ਪਰ ਜਿਹੜਾ ਕਹਿੰਦਾ ਮੇਰੇ ਸ਼ਿਕਾਰ ਨੇ, ਮੈਂ ਵੱਢ ਕੇ ਖਾਣੇ ਆ, ਮੈਂ ਪੁੱਠੇ ਡੰਗ ਦੇਣੇ ਆ, ਛਿੱਲ ਦੇਣੇ ਮੈਂ, ਉਹਨਾਂ ਨੂੰ ਦੱਸਿਆ ਕੁਛ। ਮੰਤਰੀ ਕਹਿੰਦਾ ਮੰਨ ਲਾ, ਕਹਿੰਦਾ ਮੈਂ ਨਹੀਂ ਮੰਨਦਾ ਤੇਰੀ। ਉਹ ਕਹਿੰਦਾ ਰਾਜਨ ਫਿਰ ਮੈਂ ਕੁਝ ਨਹੀਂ ਕਰ ਸਕਦਾ, ਮਨ ਨੀਵਾਂ ਕਰਕੇ ਚੱਲੋ, ਮੈਂ ਅਰਦਾਸ ਕਰ ਦਿੰਦਾ ਹਾਂ। ਭੈ ਕਰ ਡਪਿਓ ਰਾਖਸ਼ ਰਾਜਾ, ਬੋਲਿਓ ਬਚਨ ਧਰੇ ਪਹੁ ਲਾਜਾ। ਜਿਸ ਵੇਲੇ ਮੰਤਰੀ ਨੇ ਆਖਿਆ, ਕਹਿੰਦਾ ਜੀ ਰਾਜ ਭਾਗ ਤੇ ਵੱਡਾ ਰੁਤਬਾ ਵੱਡਾ ਨਹੀਂ ਹੁੰਦਾ, ਉਹ ਜਿਹਦਾ ਮਨ ਨੀਵਾਂ ਹੋਵੇ ਉਹ ਸਭ ਤੋਂ ਵੱਡਾ ਹੁੰਦਾ ਏ। ਮਨ ਹੰਕਾਰ ਕਰਕੇ ਉੱਚਾ ਹੋਵੇ ਉਹ ਨੀਚ ਹੁੰਦਾ ਏ। ਆਹ ਬਚਨ ਸੁਣ ਕੇ ਰਾਜਾ ਦੇਵਲੂਤ ਰਾਖਸ਼ਾਂ ਦਾ ਸ਼ਰਮਿੰਦਾ ਹੋ ਗਿਆ। ਕਾਹਦਾ ਮਾਣ ਹੈ ਜੀ, ਇੱਥੇ ਤੇ ਵੱਡੀਆਂ ਵੱਡੀਆਂ ਅਟਾਰੀਆਂ ਤੇ ਕਾਂ ਵੀ ਬੈਠੇ ਹੁੰਦੇ ਆ, ਉਹ ਵੀ ਬੋਲ ਜਾਂਦੇ। ਬੰਦਾ ਕਹਿੰਦਾ ਮੇਰੀ ਅਟਾਰੀ ਵੱਡੀ ਹੈ, ਮੇਰਾ ਨਿਸ਼ਾਨ ਵੱਡਾ ਏ, ਕਈ ਵਾਰ ਬਿਠਾ ਕਰੀ ਜਾਂਦਾ ਕਾਂ ਬੈਠਾ, ਮਾਣ ਕਰ ਤੂੰ ਕਾਹਦਾ ਉੱਚਾ ਬਣਿਆ ਫਿਰਦਾ ਹੈ। ਕਈ ਵਾਰ ਨਾ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਦੇ ਹਾਂ, ਇੱਕ ਮੂਰਖ ਬੰਦਾ ਵੀ ਸਿਆਣੀ ਗੱਲ ਕਰ। ਕਈ ਵਾਰ ਇੱਕ ਸਿਆਣਾ ਵੀ ਲੱਖਾਂ ਬੰਦਿਆਂ ਵਿੱਚ ਏਡੀ ਗਿਰੀ ਗੱਲ ਕਰਦਾ, ਲੋਕੀ ਕਹਿੰਦੇ ਤੈਥੋਂ ਉਮੀਦ ਨਹੀਂ ਸੀ ਤੂੰ ਇਹੋ ਜਿਹੀ ਗੱਲ ਕਰੇਗਾ, ਤੈਥੋਂ ਚੰਗਾ ਸੋਚਦੇ ਸੀ, ਭਾਲਦੇ ਸੀ। ਪਰ ਜਦੋਂ ਕਹਿੰਦੇ ਮੰਤਰੀ ਨੇ ਕਹਿ ਦਿੱਤਾ ਵੀ ਤੁਸੀਂ ਸ਼ਰਧਾ ਤੋਂ ਹੀਣੇ ਹੋ, ਖਾਲੀ ਹੋ, ਤੁਹਾਡਾ ਹਾਲ ਇਹੀ ਹੋਣਾ, ਕਹਿੰਦੇ ਉਹ ਸ਼ਰਮਿੰਦਾ ਜਾ, ਮਾਣ ਜਿਹਾ ਟੁੱਟ ਗਿਆ ਵੀ ਜੇ ਮੈਂ ਆਪਣੇ ਮੰਤਰੀ ਦੀ ਨਾ ਮੰਨੀ ਤੇ ਮੇਰੀ ਪ੍ਰਜਾ ਦੀ ਕਿਹੜੀ ਇੱਜ਼ਤ ਆ, ਸਾਰੇ ਕਹਿੰਦੇ ਹੋਏ ਫਿਰਦੇ ਆ, ਅੱਗੇ ਨਜ਼ਰ ਕੁਝ ਨਹੀਂ ਆਉਂਦਾ। ਹੇ ਮੰਤਰੀ ਜੈਸਾ ਤੂੰ ਕਹੀ, ਤੈਸੋਈ ਪੂਰਨ ਐਹੀ। ਸੋਚ ਕੇ ਰਾਜਾ ਦੇਵਲੂਤ ਆਖਣ ਲੱਗਿਆ ਰਾਖਸ਼ਾਂ ਦਾ, ਕਹਿੰਦਾ ਹੇ ਮੇਰੇ ਮੰਤਰੀ ਤੂੰ ਬੜਾ ਸਿਆਣਾ ਏ, ਮੈਨੂੰ ਵੀ ਲੱਗਦਾ ਤੂੰ ਜੋ ਕਹਿ ਰਿਹਾ ਏ, ਤੇਰੀਆਂ ਜਿਹੜੀਆਂ ਗੱਲਾਂ ਨੇ ਮੈਨੂੰ ਸੱਚੀਆਂ ਲੱਗਦੀਆਂ ਨੇ। ਸਾਧੂ ਕੋਈ ਕਰਾਮਾਤੀ ਨੇ ਆਖੋ ਸਤਨਾਮ, ਇਹ ਕੋਈ ਰੱਬੀ ਨੂਰ ਹਨ, ਲੈ ਚੱਲ ਮੈਨੂੰ
तेरे ते भाग वड्डे आ, तैनू इन्हां दी पछाण आ गई। दोहरा अब मुझ दर्शन दीजे, चरण शरण हो आऊं, हर शरदा सेवा करूं, सदा जपो तिन नाम। पर जे ये मैनू दर्शन देणगे, शर्त है मेरी, मैं इन्हां दी सेवा करांगा, इन्हां दी शरण विच आवांगा, इन्हां नूं मैं अपना रब बना लांगा, क्योंकि मैं रब नूं नहीं मनदा। तू राक्षस है। राक्षस किहनूं कहंदे आ? ਜਿਹੜਾ ਰੱਬ ਦੀ ਹੋਂਦ ਨੂੰ ਨਾ ਮੰਨੇ, ਰੱਬ ਦੇ ਭਾਣੇ ਨੂੰ ਨਾ ਮੰਨੇ। ਅੱਜ ਦੇ ਸਮੇਂ ਰਾਖਸ਼ ਵੇਖਣੇ ਜਾਪਾਨ ਚਲੇ ਜਾਓ, ਚਾਈਨਾ ਚਲੇ ਜਾਓ, ਆ ਸਾਡੇ 'ਚ ਵੀ ਬਹੁਤ ਇਦਾਂ ਦੇ ਬੈਠੇ ਆ, ਰੱਬ ਦੇ ਘਰ ਆ ਕੇ ਗੁਰੂ ਕੇ ਲੰਗਰਾਂ 'ਚ ਰੋਟੀ ਖਾ ਕੇ ਭੰਡਣਾ ਵੀ ਗੁਰੂ ਘਰ ਨੂੰ। ਬੜੇ ਸਾਡੇ ਕਿਸਾਨੀ ਮੋਰਚੇ 'ਚ ਕਿੰਨੇ ਸੀ ਉੱਥੇ, ਆਪਾਂ ਜਾਂਦੇ ਸੀ ਵੇਖਦੇ ਸੀ, ਕਿੱਦਾਂ ਦੇ ਲੋਕ ਸੀਗੇ ਹੈ ਆ। ਜਿਸ ਝੰਡੇ ਥੱਲੇ ਬਹਿਣਾ ਉਸੇ ਨੂੰ ਮਾੜਾ ਬਿਰਤੀ ਹੁੰਦੀ ਹੈ, ਕੋਈ ਵੱਡੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਨਮੁਖ ਮੰਤਰੀ ਕਹਿੰਦਾ ਮੈਂ ਅਰਦਾਸ ਕਰਾਂਗਾ ਪਰ ਝੁਕੀ, ਕਿਉਂਕਿ ਰੱਬ ਸੁਣਦਾ ਜਿਹੜਾ ਨੀਵਾਂ ਹੋ ਗਿਆ ਵੇ, ਹਉਮੈ ਦੇ ਭਰਿਆਂ ਨੂੰ ਤੇ ਕਦੇ ਮੂੰਹ ਨਹੀਂ ਲਾਉਂਦਾ। ਆਖੋ ਸਤਿਨਾਮ। ਹਰਨਾਕਸ਼ ਵਰਗੇ ਮਰ ਗਏ। ਅੱਜ ਦਾ ਦਿਨ ਦੁਸ਼ਹਿਰੇ ਦਾ। ਰਾਵਣ ਉਹਨੂੰ ਰਾਖਸ਼ ਕਹਿੰਦੇ ਆ, ਕਿਉਂ? ਉਹਦੀ ਬਿਰਤੀ ਇਦਾਂ ਦੀ ਸੀ। 4 ਵੇਦਾਂ ਦਾ ਗਿਆਤਾ, ਬ੍ਰਹਮ ਗਿਆਨੀ, ਜ਼ੁਬਾਨੀ ਕੰਠ। ਜੇ ਵੇਖਿਆ ਜਾਏ ਰਾਵਣ ਵਰਗਾ ਵਿਦਵਾਨ ਕੋਈ ਨਹੀਂ, ਕੋਈ ਉਹਦੇ ਵਰਗਾ ਸੀਨੀਅਰ ਮਨੁੱਖ ਕੋਈ ਨਹੀਂ। ਉਹ ਜਾਤ ਦਾ ਬ੍ਰਾਹਮਣ ਸੀ ਰਾਵਣ, ਜਾਤ ਦਾ ਬ੍ਰਾਹਮਣ, ਪੰਡਤ ਪੂਜਨੀ ਉਹਨਾਂ ਸੀ। ਦੇਵੀ ਦੇਵਤੇ ਉਹਦੀ ਰਸੋਈ 'ਚ ਕੰਮ ਕਰਦੇ ਸੀ। ਚੰਦ ਸੂਰਜ ਦੋਏ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਕਹਿੰਦੇ ਅੱਗ ਦਾ ਦੇਵਤਾ ਕੱਪੜੇ ਧੋਂਦਾ ਸੀ, ਚੰਦ ਸੂਰਜ ਦਾ ਅਧਿਅਕਸ਼ ਦੇਵਤਾ ਕਿਚਨ 'ਚ ਕੰਮ ਕਰਦਾ, ਝਾੜੂ ਪੋਚੇ ਵੀ ਲਾਉਂਦਾ। ਮੌਤ ਪਾਵੇ ਨਾਲ ਬੰਨੀ ਖਾੜ, ਇਹੀ ਸੀ ਉਹਨੂੰ ਮਾਣ ਵੀ ਜਦੋਂ ਮੌਤ ਪਾਵੇ ਨਾ ਬੰਨੀ ਮੈਨੂੰ ਕੋਈ ਮਾਰ ਸਕਦਾ। ਰਾਮ ਕੀ ਚੀਜ਼ ਹੈ। ਬੇਸ਼ੱਕ ਅੱਜ ਰਾਮ ਕਹਾਉਣ ਵਾਲਿਆਂ ਦੇ ਕਿਰਦਾਰ ਬੜੇ ਮਾੜੇ ਆ, ਰਾਵਣ ਦਾ ਕਿਰਦਾਰ ਨਹੀਂ ਸੀ ਡਿੱਗਾ ਹੋਇਆ। ਅਸ਼ੋਕ ਵਾਟਕਾ ਵਿੱਚ ਬੇਸ਼ੱਕ ਸੀਤਾ ਜੀ ਰਹੇ, ਪਾਕ ਪਵਿੱਤਰ ਰਹੇ, ਉਹਨੇ ਉਹਨਾਂ ਦੀ ਇੱਜ਼ਤ ਵੱਲ, ਆਨ ਸ਼ਾਨ ਵੱਲ ਨਹੀਂ ਤੱਕਿਆ। ਉਹ ਵਿਦਵਾਨ ਸੀ, ਪਰ ਬਾਣੀ ਕਹਿੰਦੀ ਉਹ ਮੂਰਖ ਹੈ। ਕਿਉਂ ਹੋਇਆ? ਪਰ ਕਈ ਵਾਰ ਅਸੀਂ ਅਰਥ ਗਲਤ ਕਰਕੇ ਰਾਵਣ ਨੂੰ ਮੂਰਖ ਬਣਾ ਕੇ ਆਪ ਸਿਆਣੇ ਬਣ ਜਾਂਦੇ। ਮਰਦ ਕਹਿੰਦੇ ਲੰਕਾ ਗੜ ਸੋਨੇ ਕਾ ਭਇਆ, ਕਹਿੰਦੇ ਪੂਰੀ ਲੰਕਾ ਸ਼੍ਰੀਲੰਕਾ ਸੋਨੇ ਦੀ ਸੀ। ਮੂਰਖ ਰਾਵਣ ਕਿਆ ਨਹੀਂ ਕਰੇਗਾ। ਇਹਦੇ ਦੇਵੀ ਦੀਪ ਕਰਕੇ ਅਰਥ ਨੇ, ਕਹਿੰਦੇ ਉਹ ਮਨਾ ਮੂਰਖਾ ਤੂੰ ਸਮਝ ਤੇ ਲੈ, ਉਹ ਰਾਵਣ ਇੱਥੋਂ ਕੀ ਲੈ ਗਿਆ? 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕੇ ਘਰ ਦੀਆ ਨਾ ਬਾਤੀ। ਜਿਹਦਾ 1 ਲੱਖ ਪੁੱਤ ਮੰਨਿਆ ਜਾਂਦਾ ਸੀ, 1.25 ਲੱਖ ਨਾਤੀ ਪੋਤੇ ਸਨ। ਕਹਿੰਦੇ ਉਹਦੇ ਘਰ ਕੋਈ ਦੀਵਾ ਬਾਲਣ ਵਾਲਾ ਨਹੀਂ ਬਚਿਆ। ਕਿਉਂ? ਉਹਨੇ ਸਮਝਿਆ ਵੀ ਇਹ ਰਾਮਚੰਦਰ ਕੀ ਕਰ ਸਕਦੇ। ਗੱਲ ਤੇ ਭਾਵੇਂ ਸ਼ੁਰੂਆਤ ਇੱਧਰ ਹੀ ਹੋਈ ਸੀ, ਪਰ ਉਹਨੇ ਵੇਖਿਆ ਕੀ ਕਰ ਸਕਦਾ ਹੈ। ਇਹ ਬਾਂਦਰ ਸੈਨਾ ਲਈ ਫਿਰਦਾ, ਇਹ ਕੀ ਕਰੂ? ਪਰ ਇਹੀ ਭੁਲੇਖਾ ਸੀ। ਰਾਵਣ ਮਰਿਆ ਕਿਵੇਂ? ਰਾਮ ਜੀ ਤਾਂ ਮਾਰ ਗਏ, ਇਤਿਹਾਸ ਗਵਾਹ, ਬਾਣੀ ਵੀ ਕਹਿੰਦੀ। ਜੇ ਭਪੀਖਣ ਭਰਾ ਨੇ ਆਪਣੇ ਭਰਾ ਦਾ ਭੇਦ ਦਿੱਤਾ, ਇੱਥੋਂ ਅਖਾਣ ਚੱਲਿਆ ਸੀ ਘਰ ਕਾ ਭੇਦੀ ਲੰਕਾ ਢਾਏ। ਬੇਸ਼ੱਕ ਗੁਰਬਾਣੀ ਨੇ ਭਪੀਖਣ ਨੂੰ ਗੁਰਮੁਖ ਦਾ ਦਰਜਾ ਦਿੱਤਾ, ਰੱਬ ਨੂੰ ਮੰਨਦਾ ਹੈ। ਉਹ ਗੁਰਮੁਖ ਹੈ ਤੇ ਮਨਮੁਖ ਕਿਉਂ? ਕਿਉਂਕਿ ਰਾਵਣ ਹੰਕਾਰ ਗਿਆ ਸੀ, ਬੰਦਾ ਨਹੀਂ ਸੀ ਮਾੜਾ, ਐਬ ਮਾੜਾ ਆ ਗਿਆ ਵਿੱਚ। ਬੜੀ ਵੱਡੀ ਭਗਤੀ ਸੀ ਰਾਵਣ ਦੀ। ਕਦੇ ਉਹਦੇ ਬਾਰੇ ਪੜ੍ਹ ਕੇ ਤੇ ਵੇਖੋ। ਸਾਡੇ ਸਾੜਦੇ ਆ ਇੱਥੇ, ਮੈਂ ਕਹਿੰਦਾ ਚਲੋ ਰਾਵਣ ਸਾੜਿਆ, ਕੋਈ ਗੱਲ ਨਹੀਂ, ਸ਼ੁਕਰ ਵੇਲਾ ਹੋ ਗਿਆ। ਕਿੰਨੇ ਇੱਥੇ ਭੇੜੀਏ ਤੁਰੇ ਫਿਰਦੇ ਜਿਹੜੇ ਇੱਜ਼ਤਾਂ ਦੇ ਖਿਲਵਾੜ ਕਰਦੇ ਸੀ, ਵੱਡੇ ਵੱਡੇ ਲੀਡਰ ਬਣੇ ਫਿਰਦੇ ਆ, ਇਹਨਾਂ ਨੂੰ ਕਦੋਂ ਸਾੜੋਗੇ? ਕਿੱਥੇ ਖੜਾ ਸੀ? ਕਿਹੜੇ ਹਾਲਾਤਾਂ 'ਚ ਦੁਨੀਆ ਤੁਰੀ ਫਿਰਦੀ ਹੈ। ਉਹ ਰਾਵਣ ਜਿਹਦੇ ਇਲਾਕੇ 'ਚ ਹਰ ਕੋਈ ਸੇਫ ਸੀ, ਅੱਜ ਵੀ ਸ਼੍ਰੀਲੰਕਾ ਦੇ ਲੋਕ ਉਹਨੂੰ ਰੱਬ ਮੰਨਦੇ ਆ, ਭਗਵਾਨ ਮੰਨਦੇ ਆ। ਪਰ ਗੁਰਬਾਣੀ ਨੇ ਕਿਹਾ ਉਹਨੇ ਮੂਰਖਤਾ ਕੀਤੀ, ਉਹ ਹੰਕਾਰ ਹੋ ਗਿਆ। ਉਹਨੂੰ ਇਹ ਹੰਕਾਰ ਹੋ ਗਿਆ ਵੀ ਮੌਤ ਮੈਂ ਪਾਵੇ ਨਾਲ ਬੰਨੀ। ਜਿਸ ਦਿਨ ਭਰਾ ਨੇ ਭੇਦ ਦਿੱਤਾ ਵੀ ਇਹਦੀ ਧੁਨੀ ਦੇ ਵਿੱਚ ਅੰਮ੍ਰਿਤ ਕੁੰਡ ਆ, ਉੱਥੇ ਤੀਰ ਮਾਰੋ ਤੇ ਮਰ ਜੂ, ਉਹ ਤੋਂ ਪਹਿਲਾਂ ਤੇ ਰਾਮਚੰਦਰ ਤੇ ਉਹਦੀਆਂ ਫੌਜਾਂ ਵੀ ਹੰਭ ਗਈਆਂ ਸੀ। ਬੜਾ ਕੁਝ ਕਰਦੇ, ਯੁੱਧ ਚੱਲਦਾ ਰਿਹਾ ਕਈ ਸਾਲ। ਆਖਿਰਕਾਰ ਜਦੋਂ ਕਹਿੰਦੇ ਰਾਵਣ ਮਰਨ ਤੇ ਆਇਆ, ਸਮਾਂ ਸਮਾਪਤ ਸਿਰਫ 5 ਮਿੰਟ ਦੇ, ਰਾਖਸ਼ਾਂ ਦਾ ਜ਼ਿਕਰ ਚੱਲਦਾ। ਰਾਮਚੰਦਰ ਜੀ ਕੋਲੇ ਆਏ, ਲక్ష్మణ ਜੀ ਨਾਲ ਨੇ,
इस युद्ध ਵਿੱਚ ਪਹਿਲਾਂ ਲక్ష్మణ ਜੀ ਮੂਰਛਿਤ ਹੋ ਗਏ ਸੀ। ਜਦੋਂ ਰਾਵਣ ਅੰਤਮ ਸਾਹਾਂ ਤੇ ਸੀ ਨਾ, ਫਿਰ ਵੀ ਇੱਜ਼ਤ ਕਰਦੇ ਸੀ ਰਾਮ ਜੀ। ਕਹਿੰਦੇ ਯਾਰ ਵਿਦਵਾਨ ਬਹੁਤ ਹੁੰਦੇ, ਇਹ ਬ੍ਰਹਮਾ ਜੀ ਇਹਦੇ ਉਪਾਸ਼ਕ ਸਨ ਤੇ ਉਹਨਾਂ ਦਾ ਸੀ। ਇਹਨੇ 10 ਵਾਰ ਆਪਣਾ ਸਿਰ ਭੇਟ ਕੀਤਾ। ਹੁਣ ਇੱਥੇ ਜਿਹੜਾ ਅੱਜ ਕੱਲ੍ਹ ਕੰਮ ਜਿਹਾ ਚੱਲਦਾ 10 ਸਿਰ ਲਾਏ ਹੁੰਦੇ ਇੱਦਾਂ ਕਰਕੇ, ਜਿੱਦਾਂ ਪਲੇਨ ਉੱਡਦਾ ਹੁੰਦਾ ਵੀ 10 ਸਿਰਾਂ ਵਾਲਾ ਬੰਦਾ ਵੇਖਿਆ ਕਦੇ? ਜੋ ਦਰਵਾਜ਼ੇ 'ਚ ਨਿਕਲੂ ਸਿਰ ਨਹੀਂ ਫਸ ਜਾਣਗੇ। ਜੇ ਉਹ ਆਪਣੀ ਬੱਗੀ 'ਚ ਬੈਠੂ, ਰੱਤ ਤੇ ਬੈਠੂ, ਮਹਿਲਾਂ 'ਚ ਜਾਊ, ਸਿਰ ਕਿੱਥੇ ਲੈ ਕੇ ਜਾਊ? ਕੋਈ ਨਹੀਂ। 10 ਸਿਰਾਂ ਤੋਂ ਭਾਵ ਸੀ, ਬਾਣੀ ਨੇ ਉਹਨੂੰ ਦਹਿਸਰ ਲਿਖਿਆ ਏ ਵੀ 10 ਸਿਰਾਂ ਜਿੰਨਾ ਗਿਆਨ, ਇੰਨੀ ਨੌਲੇਜ ਸੀ ਉਸ ਬੰਦੇ ਕੋਲ। 10 ਦਿਮਾਗਾਂ ਦਾ ਕੰਮ ਸੀ। ਉਹਨੂੰ ਮਰਦ ਕਹਿੰਦੇ ਆ ਰਾਵਣ ਮਾਰ ਕਿਆ ਵੱਡਾ ਭਇਆ। ਕਹਿੰਦੇ ਕੀ ਹੋਇਆ ਜੇ ਰਾਮਚੰਦਰ ਨੇ ਰਾਵਣ ਨੂੰ ਮਾਰਤਾ, ਕੋਈ ਵੱਡਾ ਹੋ ਗਿਆ? ਰਾਮ ਜੀ ਨੇ ਰਾਵਣ ਨੂੰ ਨਹੀਂ ਮਾਰਿਆ, ਰਾਵਣ ਨੂੰ ਮਾਰਿਆ ਉਹਦੇ ਹੰਕਾਰ ਨੇ। ਜੇ ਹੰਕਾਰਿਆ, ਰੱਬ ਦੇ ਪਿਆਰਿਆਂ ਨਾਲ ਟੱਕਰ ਲੈ ਬੈਠਾ। ਹੁਣ ਜਦੋਂ ਲక్ష్మణ ਕੋਲੇ ਆਏ ਨਾ, ਰਾਮ ਜੀ ਕਹਿੰਦੇ ਓਏ ਇਹ ਤੋਂ ਗਿਆਨ ਲੈ ਲਾ, ਇਹ ਵਿਦਵਾਨ ਪੁਰਸ਼ ਹੈ। ਲక్ష్మణ ਆ ਕੇ ਨਾ ਸਿਰ ਵਾਲੇ ਪਾਸੇ ਖੜ ਗਿਆ। ਰਾਵਣ ਅੰਤਮ ਸਾਹ ਤੇ ਕਹਿੰਦਾ ਓਏ ਮੂਰਖ, ਪੈਰਾਂ ਵਾਲੇ ਪਾਸੇ ਆ। ਲక్ష్మణ ਕਹਿੰਦੇ ਯਾਰ ਇਹ ਮਰਦਾ ਵੀ ਮਾਰ ਨਹੀਂ ਆਖੋ ਸਤਿਨਾਮ, ਇਹ ਹੁਣ ਵੀ ਦਾਬੇ ਮਾਰਦਾ ਹੈ। ਫਿਰ ਉਹਨੇ ਇੱਕ ਗੱਲ ਸਮਝਾਈ, ਕਹਿੰਦਾ ਕਦੇ ਵੀ ਆਪ ਤੋਂ ਵੱਡੇ ਦੇ ਸਿਰ ਵਾਲੇ ਪਾਸੇ ਨਹੀਂ ਖੜਨਾ। ਜੋ ਵਿਦਵਾਨ ਹੋਵੇ, ਪੜ੍ਹਿਆ ਹੋਵੇ, ਸਮਝਦਾਰ ਹੋਵੇ। ਇਹੀ ਕਾਰਨ ਹੈ ਗੁਰੂ ਕੇ ਸਿੱਖ ਕਦੇ ਕਿਸੇ ਦੇ ਸਰਾਣੇ ਵਾਲੇ ਪਾਸੇ ਨਹੀਂ ਬਹਿੰਦੇ, ਕਦੇ ਗੋਲ ਕਰ ਸਿੱਖੀ ਦੀ ਨਿਸ਼ਾਨੀ। ਜਦ ਵੀ ਕੋਈ ਬਜ਼ੁਰਗ ਤੁਹਾਨੂੰ ਪੁਰਾਣਾ ਮਿਲੂਗਾ, ਉਹ ਪੈਂਦਾ ਵਾਲੇ ਪਾਸੇ ਬੈਠੀ ਜਾਊ। ਤੇ ਜੇ ਕੋਈ ਬਜ਼ੁਰਗ ਬੈਠਾ ਹੋਊਗਾ ਨਾ, ਕਿ ਉੱਠ ਬੈਠਣਗੇ, ਕਹਿੰਦੇ ਨਹੀਂ ਬਾਪੂ ਜੀ ਇੱਧਰ ਬੈਠੋ, ਤੁਸੀਂ ਇੱਧਰ ਕਿਉਂ ਬੈਠੇ? ਭਾਵ ਕੀ ਹੈ? ਆਪ ਤੋਂ ਸਿਆਣੇ ਦੇ ਕਦੇ ਸੱਜੇ ਪਾਸੇ ਨਹੀਂ ਖੜਨਾ, ਸਿਰ ਵਾਲੇ ਪਾਸੇ ਨਹੀਂ ਖੜਨਾ, ਕਿਉਂਕਿ ਪੂਜਨੀਕ ਨੇ ਵੱਡੇ। ਜਦੋਂ ਪੈਰਾਂ ਵਾਲੇ ਪਾਸੇ ਖੜੇ, ਕਹਿੰਦਾ ਜੀ ਉਪਦੇਸ਼ ਦੇ ਦਿਓ। ਰਾਮ ਜੀ ਨੇ ਕਿਹਾ, ਪਤਾ ਕੀ ਕਹਿੰਦਾ? ਰਾਵਣ ਕਹਿੰਦਾ ਮੈਂ 4 ਵੇਦ ਜਵਾਨੀ ਕੰਠ ਕੀਤੇ, ਮੇਰੀ ਲੰਕਾ ਸੋਨੇ ਦੀ ਸੀ, ਸਵਰਗਾਂ ਤੱਕ ਮੈਂ ਪੌੜੀਆਂ ਲਾ ਲੀਆਂ, ਦੇਵਤੇ ਮੈਂ ਗੁਲਾਮ ਬਣਾ ਲਏ। ਮੈਨੂੰ ਇਹੀ ਲੱਗਦਾ ਸੀ ਇਸ ਦੁਨੀਆ ਤੇ ਮੈਨੂੰ ਮਾਰਨ ਵਾਲਾ ਕੋਈ ਨਹੀਂ। ਮੈਂ ਕਹਿੰਦਾ ਸੀ ਵੱਡੇ ਵੱਡੇ ਰਾਖਸ਼ ਮੇਰਾ ਪਾਣੀ ਭਰਦੇ ਆ, ਦੇਵਤੇ ਮੈਂ ਗ੍ਰਿਫਤਾਰ ਕਰ ਲਏ, ਧਰਮ ਰਾਜ ਦੀ ਕਚਹਿਰੀ ਚਕਾਤੀ, ਮੇਰਾ ਕੋਈ ਕੀ ਕਰੂਗਾ? ਪਰ ਕਹਿੰਦੇ ਜਿਸ ਦਿਨ ਮੈਂ ਮਰਿਆ ਨਾ, ਮੈਨੂੰ ਇਹ ਭੁਲੇਖਾ ਸੀ ਦੁਸ਼ਮਣ ਮੇਰਾ ਛੋਟਾ ਏ। ਕਹਿੰਦਾ ਕਦੇ ਵੀ ਆਪਣੇ ਦੁਸ਼ਮਣ ਨੂੰ ਕਮਜ਼ੋਰ ਨਾ ਸਮਝੀ, ਆਖੋ ਸਤਿਨਾਮ। ਮੈਨੂੰ ਲੱਗਦਾ ਸੀ ਇਹ ਤੇ 12-14 ਸਾਲਾਂ ਤੋਂ ਸੀਆ ਕਰਦਾ ਫਿਰਦਾ ਜੰਗਲਾਂ ਦੇ ਵਿੱਚ, ਮੇਰਾ ਕੀ ਕਰੂਗਾ? ਓਏ ਮੈਂ ਇਹਨਾਂ ਬਾਕੀਆਂ ਨੂੰ ਬਾਂਦਰ ਸਮਝੀ ਗਿਆ, ਮੇਰੀ ਲੰਕਾ ਨੂੰ ਅੱਗ ਲਾ ਦਿੱਤੀ। ਲక్ష్మణ ਨੇ ਪੈਰੀ ਮੱਥਾ ਟੇਕਿਆ, ਨਮਸਕਾਰ ਕੀਤੀ, ਉਪਦੇਸ਼ ਲਿਆ। ਰਾਵਣ ਕਹਿੰਦਾ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਛੋਟਾ ਨਾ ਸਮਝੋ, ਕਿਸੇ ਨੂੰ ਛੋਟਾ ਨਾ ਸਮਝੋ। ਇੱਕ ਛੋਟੀ ਜੀ ਕੀੜੀ ਵੱਡੇ ਵੱਡੇ ਹਾਥੀਆਂ ਦੀ ਮੌਤ ਦਾ ਕਾਰਨ ਬਣਦੀ ਹੈ। ਤੇ ਸਮਝਾ ਦਿੱਤਾ ਇੱਕ ਆਪ ਤੋਂ ਵੱਡੇ ਦਾ ਸਤਿਕਾਰ ਕਰਨਾ ਹੈ, ਤੇ ਕਦੇ ਵੀ ਕਿਸੇ ਨੂੰ ਛੋਟਾ ਨਹੀਂ ਸਮਝਣਾ। ਦੁਸ਼ਮਣ ਛੋਟਾ ਹੋਵੇ ਵੱਡਾ ਹੋਵੇ, ਖਤਰਾ ਵੱਡਾ ਮੰਨਣਾ ਪੈਂਦਾ ਏ। ਇਹ ਰਾਜਨੀਤੀ ਦਾ ਪੈਂਤਰਾ ਏ। ਅੱਜ ਦੇ ਸਮੇਂ ਲੋਕੀ ਗੱਲਾਂ ਕਰਦੇ ਨੇਕੀ ਤੇ ਬਦੀ ਦਾ ਤਿਉਹਾਰ ਹੈ, ਪਰ ਹਾਰ ਇੱਥੇ ਹੰਕਾਰ ਦੀ ਹੋਈ ਹੈ। ਰਾਮਚੰਦਰ ਜੀ ਤਾਂ ਜਿੱਤ ਪ੍ਰਾਪਤ ਕਰਕੇ ਜੇ ਭੀਖਣ ਵਰਗੇ ਗੁਰਮੁਖ ਨੇ ਭੇਜ ਦਿੱਤਾ ਰੱਬ ਦੇ ਪਿਆਰੇ ਨੇ, ਵੀ ਇਹਦੇ ਹੰਕਾਰ ਦਾ ਅੰਤ ਆ ਗਿਆ। ਉਹ ਇਹਦੇ ਤੀਰ ਮਾਰ ਧੁਨੀ ਵਿੱਚ। ਅੱਜ ਵੀ ਜਦੋਂ ਰਾਮਲੀਲਾ ਦੀ ਸਮਾਪਤੀ ਹੁੰਦੀ ਹੈ, ਤੀਰ ਧੁਨੀ ਚ ਮਾਰਿਆ ਜਾਂਦਾ। ਉੱਥੇ ਕੀ ਸੀ? ਹੰਕਾਰ ਸੀ। ਅੰਮ੍ਰਿਤ ਦਾ ਕੁੰਡ ਡੁੱਲ ਗਿਆ ਤੇ ਰਾਵਣ ਧਰਤੀ ਤੇ ਧੜਾਕ ਡਿੱਗ ਪਿਆ। ਜਿਹਨੇ ਬੜੇ ਵਰ ਲਏ ਸੀ ਬ੍ਰਹਮਾ ਤੋਂ, ਵੀ ਮੈਂ ਸਿਰ ਭੇਟਾ ਕਰ ਦੂੰ, ਮੈਨੂੰ ਮਾਰ ਹੀ ਨਹੀਂ ਸਕਦਾ ਕੋਈ, ਤੇ ਅੱਜ ਮਰਿਆ। ਪਰ ਅੱਜ ਅਸੀਂ ਇੱਕ ਰਾਵਣ ਫੂਕ ਕੇ ਕੀ ਵਿਖਾਉਂਦੇ ਆ? ਵੀ ਰਾਵਣ ਸਾੜਦਾ ਨਹੀਂ ਭਾਈ। ਅੱਜ ਦੀ ਅੰਦਰ ਦੀ ਬੁਰਾਈ ਜਿੱਦਣ ਸਾਡੀ ਸੜ ਗਈ, ਉਸ ਦਿਨ ਦੁਸ਼ਹਿਰਾ। ਜਿੱਦਣ ਹਉਮੈ ਸੜ ਗਈ, ਜਿਸ ਦਿਨ ਹੰਕਾਰ ਸੜ ਗਿਆ। ਅਜੇ ਤੇ ਸਾਡੇ ਧਰਤੀਆਂ 'ਚ ਹੀ ਹੰਕਾਰ ਬਹੁਤ। ਸਾਨੂੰ ਲੱਗਦਾ ਮੇਰੇ ਵਰਗਾ ਕੋਈ ਅੰਮ੍ਰਿਤ ਵੇਲੇ ਨਹੀਂ ਜਾਗ ਸਕਦਾ, ਮੇਰਾ ਤੇ ਪਰਿਵਾਰ ਸੁੱਤਾ ਰਹਿੰਦਾ ਜੀ, ਮੈਂ ਤੇ 3 ਵਜੇ ਜਾਗ ਜਾਂਦੀ। ਹਉਮੈ ਤੇ ਛੱਡ, ਇਹ ਕਿਉਂ ਚੱਕੀ ਫਿਰਦਾ ਹੈ? ਸਾਨੂੰ ਚੰਗਾ ਲੱਗਦਾ ਕੋਈ ਮੈਨੂੰ ਗੁਰਮੁਖ ਕਹੇ, ਕੋਈ ਸਾਧੂ ਕਹੇ, ਕੋਈ ਪਿਆਰਾ ਕਹੇ। ਨਾ ਭਾਈ, ਸੁਣਨ ਦੀ ਇੱਛਾ ਨਾ ਰੱਖ, ਗੁਰੂ ਗੁਰੂ ਕਰਿਆ ਕਰ। ਸਾਰੇ ਗੁਰੂ ਦੇ ਪਿਆਰੇ ਨੇ, ਕੋਈ ਦਿਨ ਚੰਗਾ ਨਹੀਂ, ਕੋਈ ਦਿਨ ਮਾੜਾ ਨਹੀਂ, ਸਭ ਦਿਨ ਉਸੇ ਦੇ ਬਣਾਏ ਹੋਏ। ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਮੰਤਰੀ ਅਰਦਾਸ ਕਰਦਾ ਹੈ, ਮਹਾਰਾਜ ਇਸ ਰਾਖਸ਼ ਨੂੰ ਵੀ ਦੀਦਾਰ ਦੇ ਦਿਓ, ਇਹਨੂੰ ਵੀ ਆਪਣੇ ਦਰਸ਼ਨ ਬਖਸ਼ ਦਿਓ। ਜੋ ਕੁਝ ਹੋਏਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।